हेलो वेलकम टू बालाजी एजुकेशन पॉइंट। मैं आप सब ਦਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਸਵਾਗਤ ਕਰਦਾ। ਬੇਸਿਕਲੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਰਹੂਗੀ ਉਹ ਵੀਡੀਓ ਰਹੂਗੀ ਪੰਜਾਬ ਪੁਲਿਸ 2023 ਦੀਆਂ ਲਗਭਗ 2100 ਪੋਸਟਾਂ ਨੇ ਕਾਂਸਟੇਬਲ ਪਲੱਸ ਸਬ ਇੰਸਪੈਕਟਰ ਦੀਆਂ ਮਿਲਾ ਕੇ। ਉਹਦੇ ਵਾਸਤੇ ਅਸੀਂ ਮਿਕਸ ਐਮਸੀਕਿਊ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜੀਕੇ ਦੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਾਂਸਟੇਬਲ ਦੇ ਪੇਪਰ ਦੇ ਵਿੱਚ ਜਿਹੜੀ ਜੀਕੇ ਹੈ ਲਗਭਗ 35 ਨੰਬਰ ਦੀ ਆਣੀ ਹੈ। ਉਹ 35 ਨੰਬਰ ਦੀ ਜੀਕੇ ਦਾ ਬੋਝ ਅਸੀਂ ਤੁਹਾਡਾ ਚੱਕ ਲਿਆ। ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਐਮਸੀਕਿਊ ਸੀਰੀਜ਼ ਬਣਾ ਕੇ ਕਰਾਵਾਂਗੇ। ਲਗਭਗ 500 ਐਮਸੀਕਿਊ ਅਸੀਂ ਸਪੈਸ਼ਲ ਲੱਭੇ ਨੇ ਇਹਨਾਂ 35 ਨੰਬਰਾਂ ਵਾਸਤੇ, ਉਹ ਡਿਟੇਲ 'ਚ ਡਿਸਕਸ ਕਰਾਂਗੇ। ਤੁਸੀਂ ਕੀ ਕਰਨਾ, ਜੇ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਦੀ ਐਂਡ ਦੇ ਵਿੱਚ ਫੀਡਬੈਕ ਜ਼ਰੂਰ ਦੇਣੀ ਹੈ, ਪੂਰੀ ਵੀਡੀਓ ਜ਼ਰੂਰ ਦੇਖਣੀ ਹੈ। ਇਹ ਲੈਕਚਰ ਮੈਂ ਤੁਹਾਡੇ ਤੱਕ ਲੈ ਕੇ ਆ ਰਿਹਾ। ਮੇਰਾ ਨਾਮ ਹੈ ਜਤਿਨ ਸਿੰਗਲਾ। ਚਲੋ ਸ਼ੁਰੂ ਕਰਦੇ ਹਾਂ। ਨੈਕਸਟ, ਜੇ ਬੱਚੋ ਤੁਸੀਂ ਪੰਜਾਬ ਪੁਲਿਸ ਦਾ ਸਾਡਾ ਪੇਡ ਕੋਰਸ ਲੈਣਾ ਚਾਹੁੰਦੇ ਹੋ, ਜੇ ਨਹੀਂ ਵੀ ਲੈਣਾ ਚਾਹੁੰਦੇ ਤਬ ਵੀ ਕੋਈ ਦਿੱਕਤ ਨਹੀਂ, ਵੀਡੀਓ ਜ਼ਰੂਰ ਦੇਖੋ। ਪੇਡ ਕੋਰਸ ਲੈਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਸਾਡੀ ਲਾਈਵ ਕਲਾਸਾਂ ਅਟੈਂਡ ਕਰਨਾ, ਜਾਂ ਤੁਸੀਂ ਸਾਡਾ ਆਫਲਾਈਨ ਕੋਰਸ ਲੈਣਾ ਚਾਹੁੰਦੇ ਹੋ, ਆਨਲਾਈਨ ਕੋਰਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦੇ ਹੋ। ਨੰਬਰ ਹੈਗੇ ਨੇ ਜੀ 9646810103 यानी कि 7009528208। ਇਹ ਦੋ ਨੰਬਰ ਸਾਡੇ ਮੇਨ ਨੰਬਰ ਨੇ। ਇਹਨਾਂ ਤੇ ਕਾਲ ਕਰਕੇ ਤੁਸੀਂ ਸਾਡੀ ਆਫਲਾਈਨ ਕਲਾਸਾਂ ਬਾਰੇ ਵੀ ਪਤਾ ਕਰ ਸਕਦੇ ਹੋ। ਆਫਲਾਈਨ ਕਲਾਸਾਂ ਅਸੀਂ ਸੰਗਰੂਰ ਤੋਂ ਕੰਡਕਟ ਕਰਦੇ ਹਾਂ। ਜੇ ਕੋਈ ਵੀਰ ਭਾਈ ਡਿਸਟ੍ਰਿਕਟ ਸੰਗਰੂਰ ਤੋਂ ਕਲਾਸ ਦੇਖ ਰਿਹਾ ਤਾਂ ਜਰੂਰ ਸਾਡੀ ਆਫਲਾਈਨ ਕਲਾਸ ਜੁਆਇਨ ਕਰੋ। ਬੜੀ ਇੱਕ ਇਕਨੋਮਿਕਲੀ ਬੜੀ ਇੱਕ ਨਾਰਮਲ ਜੀ ਅਸੀਂ ਫੀਸ ਚਾਰਜ ਕਰਦੇ ਹਾਂ। ਇਸ ਤੋਂ ਇਲਾਵਾ ਤੁਹਾਡੀ ਕੋਈ ਹੋਰ ਇਨਕੁਆਇਰੀ ਵੀ ਹੈ ਤੁਸੀਂ ਇਸ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਸਵੇਰੇ 9 ਤੋਂ ਸ਼ਾਮ ਨੂੰ 7 ਵਜੇ ਦੇ ਵਿਚਕਾਰ ਜੀ। ਠੀਕ ਹੈ ਬੱਚੋ, ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਸਭ ਤੋਂ ਪਹਿਲਾ ਕੁਐਸਚਨ ਬੱਚੋ, ਸਭ ਤੋਂ ਪਹਿਲਾ ਕੁਐਸਚਨ 'ਚ ਪੁੱਛਿਆ ਗਿਆ ਹੈ ਵਾਟ ਇਜ਼ ਦਾ ਆਫੀਸ਼ੀਅਲ ਨੇਮ ਆਫ ਇੰਡੀਆ। ਆਫੀਸ਼ੀਅਲ ਦਾ ਮਤਲਬ ਹੁੰਦਾ ਹੈ ਅਧਿਕ੍ਰਿਤ, ਸਰਕਾਰੀ, ਰਜਿਸਟਰਡ, ਪੱਕਾ। ਭਾਰਤ ਦਾ ਆਫੀਸ਼ੀਅਲ ਯਾਨੀ ਕਿ ਅਧਿਕਾਰਿਤ ਨਾਮ ਕੀ ਹੈ। ਵੈਸੇ ਤਾਂ ਇੰਡੀਆ ਦੇ ਬਹੁਤ ਸਾਰੇ ਨਾਮ ਤੁਸੀਂ ਸੁਣੇ ਹੋਣਗੇ। ਇੱਕ ਤਾਂ ਇੰਡੀਆ ਸੁਣਿਆ ਹੋਊਗਾ, ਇੱਕ ਨਾਮ ਤੁਸੀਂ ਸੁਣਿਆ ਹੋਊਗਾ ਪਿਆਰੇ ਬੱਚੋ ਭਾਰਤ, ਇੱਕ ਨਾਮ ਤੁਸੀਂ ਪਿਆਰੇ ਬੱਚੋ ਸੁਣਿਆ ਹੋਊਗਾ ਹਿੰਦੁਸਤਾਨ। ਇਹਨਾਂ ਤਿੰਨ ਤੋਂ ਇਲਾਵਾ ਵੀ ਇਤਿਹਾਸ 'ਚ ਭਾਰਤ ਦਾ ਨਾਮ ਸੀ ਇੱਕ ਜੰਬੂ ਦਵੀਪਾ। ਕੀ ਨਾਮ ਸੀ? ਜੰਬੂ ਦਵੀਪਾ। ਇੱਕ ਭਾਰਤ ਦਾ ਨਾਮ ਹੋਰ ਰਿਹਾ ਆਰਿਆਵਰਤ। ਆਰਿਆਵਰਤ। ਹੁਣ ਸਾਰੇ ਨਾਮ ਤਾਂ ਸਾਡੇ ਕੰਟਰੀ ਦੇ ਆਫੀਸ਼ੀਅਲ ਯਾਨੀ ਕਿ ਰਜਿਸਟਰਡ ਨੇਮ ਨਹੀਂ ਹੋ ਸਕਦੇ। ਤਾਂ ਹੁਣ ਕੁਐਸਚਨ ਇਹ ਉੱਠਦਾ ਹੈ ਸਾਨੂੰ ਕਿਵੇਂ ਪਤਾ ਚੱਲੂਗਾ ਕਿ ਸਾਡਾ ਆਫੀਸ਼ੀਅਲ ਨੇਮ ਕੀ ਹੈ। ਉਹ ਦੱਸੂਗਾ ਸਾਨੂੰ ਸਾਡਾ ਕਨਸਟੀਟਿਊਸ਼ਨ, ਭਾਰਤ ਦਾ ਸੰਵਿਧਾਨ। ਭਾਰਤ ਦੇ ਸੰਵਿਧਾਨ ਦਾ ਜਿਹੜਾ ਅਨੁਛੇਦ ਕਹਿ ਲਓ ਜਾਂ ਕਹਿ ਲਓ ਆਰਟੀਕਲ 1 ਹੈ, ਅਨੁਛੇਦ ਕਹਿ ਲਓ ਜਾਂ ਆਰਟੀਕਲ ਕਹਿ ਲਓ, ਆਰਟੀਕਲ 1 ਹੈ ਉਹ ਕੀ ਕਹਿੰਦਾ ਹੈ? ਉਹ ਕਹਿੰਦਾ ਜੀ ਇੰਡੀਆ that is Bharat is a union of state. India that is Bharat is a union of state. ਇੰਡੀਆ ਜਿਹਨੂੰ ਅਸੀਂ ਭਾਰਤ ਵੀ ਕਹਿੰਦੇ ਆ ਉਹ ਇੱਕ ਯੂਨੀਅਨ ਹੈ, ਸੰਘ ਹੈ ਅਲੱਗ-ਅਲੱਗ ਸਟੇਟਾਂ ਦੀ। ਤੇ ਇਸੇ ਅਨੁਛੇਦ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਦੋ ਆਫੀਸ਼ੀਅਲ ਨਾਮ ਨੇ, ਇੱਕ ਨਾਮ ਆਫੀਸ਼ੀਅਲ ਨਾਮ ਇੰਡੀਆ ਹੈ ਤੇ ਦੂਸਰਾ ਕੀ ਹੈ? ਭਾਰਤ ਹੈ। ਤਾਂ ਹੁਣ ਦਿੱਤੇ ਗਏ ਆਪਸ਼ਨਾਂ ਦੇ ਵਿੱਚੋਂ ਹਿੰਦੁਸਤਾਨ ਆਫੀਸ਼ੀਅਲ ਨੇਮ ਨਹੀਂ ਹੈਗਾ, ਭਾਰਤ ਵਰਸ਼ ਆਫੀਸ਼ੀਅਲ ਨੇਮ ਨਹੀਂ ਹੈਗਾ, ਆਰਿਆਵਰਤ ਆਫੀਸ਼ੀਅਲ ਨੇਮ ਨਹੀਂ ਹੈਗਾ, ਤਾਂ ਭਾਰਤ ਦਾ ਆਫੀਸ਼ੀਅਲ ਨਾਮ ਕੀ ਹੈ? ਭਾਰਤ ਜਾਂ ਭਾਰਤ। ਠੀਕ ਹੈ, ਤਾਂ ਦੋ ਸਾਡੇ ਆਫੀਸ਼ੀਅਲ ਨੇਮ ਨੇ ਪਿਆਰੇ ਬੱਚੋਂ, ਇੱਕ ਇੰਡੀਆ ਹੋ ਗਿਆ, ਇੱਕ ਹੋ ਗਿਆ ਭਾਰਤ। ਹੁਣ ਭਾਰਤ ਨਾਮ ਕਿਵੇਂ ਪਿਆ? ਇਤਿਹਾਸ ਦੇ ਵਿੱਚ ਇੱਕ ਰਾਜਾ ਹੁੰਦਾ ਸੀ, ਕਿੰਗ ਹੁੰਦਾ ਸੀ, ਉਹਦਾ ਨਾਮ ਸੀ ਦੁਸ਼ੰਤ। ਦੁਸ਼ੰਤ ਰਾਜੇ ਦਾ ਬੇਟਾ ਸੀ ਇੱਕ 7 ਸਾਲ ਦਾ। ਉਸ ਰਾਜੇ ਦੇ ਬੇਟੇ ਦਾ ਨਾਮ ਸੀ ਭਰਤ। ਮੰਨਿਆ ਜਾਂਦਾ ਕਿ ਜਦੋਂ ਉਹ ਛੋਟਾ ਹੁੰਦਾ ਸੀ ਸ਼ੇਰਾਂ ਨਾਲ ਖੇਡਿਆ ਕਰਦਾ ਸੀ। 6-7 ਸਾਲ ਦਾ ਬੱਚਾ ਸ਼ੇਰਾਂ ਦੇ ਬੱਚਿਆਂ ਨਾਲ ਖੇਡਿਆ ਕਰਦਾ ਸੀ। ਉਸ ਰਾਜੇ ਦੇ ਨਾਮ ਤੇ ਅਸੀਂ ਆਪਣੇ ਦੇਸ਼ ਦਾ ਨਾਮ ਰੱਖਿਆ ਕਿ ਭਾਰਤ ਦੇ ਵਿੱਚ ਇਹੋ ਜਿਹੇ ਬੱਚੇ ਪੈਦਾ ਹੁੰਦੇ ਨੇ ਜਿਹੜੇ ਬਚਪਨ ਤੋਂ ਸ਼ੇਰ ਨਾਲ ਖੇਡਦੇ ਨੇ, ਬਹਾਦਰ ਨੇ, ਇਸ ਲਈ ਸਾਡਾ ਨਾਮ ਭਾਰਤ ਪੈ ਗਿਆ। ਤੇ ਜਿਹੜਾ ਹੈ ਇੰਡੀਆ ਨਾਮ ਹੈ ਇਹ ਸ਼ਬਦ ਆਇਆ ਹੈ ਬੱਚੋ ਗ੍ਰੀਕ ਭਾਸ਼ਾ ਤੋਂ, ਯੂਨਾਨੀ ਭਾਸ਼ਾ ਤੋਂ ਇਹ ਸ਼ਬਦ ਲਿਆ ਗਿਆ। ਯਾਦ ਰੱਖਿਓ ਗ੍ਰੀਕ ਭਾਸ਼ਾ ਜਾਂ ਪੰਜਾਬੀ 'ਚ ਯੂਨਾਨੀ ਭਾਸ਼ਾ। ਠੀਕ ਹੈ, ਤਾਂ ਜਿਹੜੇ ਯੂਨਾਨੀ ਬੋਲਣ ਵਾਲੇ ਲੋਕ ਸੀ, ਗ੍ਰੀਕ ਭਾਸ਼ਾਈ ਲੋਕ ਸੀ, ਉਹਨਾਂ ਨੇ ਸਾਡਾ ਨਾਮ ਰੱਖਿਆ ਸੀ ਇੰਡੀਆ। ਯਾਦ ਰੱਖਿਓ ਇੰਡੀਆ ਨਾਮ ਪਿਆ ਇੱਕ ਨਦੀ ਤੋਂ, ਨਦੀ ਦਾ ਨਾਮ ਹੈ ਇੰਡਸ। ਇੰਡਸ ਨਦੀ ਜਿਹਨੂੰ ਤੁਸੀਂ ਅੱਜ ਦੇ ਟਾਈਮ 'ਚ ਸਿੰਧੂ ਨਦੀ ਕਹਿੰਦੇ ਹੋ। ਠੀਕ ਹੈ, ਇਸ ਨਦੀ ਦੇ ਨਾਮ ਤੇ ਗ੍ਰੀਕ ਭਾਸ਼ਾਈ ਨਾਮ ਸਾਡਾ ਪਿਆ ਇੰਡੀਆ। ਇੰਨੀ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ।
कि भारत ਦੇ ਦੋ ऑफिशियल नेम ਨੇ इंडिया दैट इज भारत ਤੇ ਦੋਨੋਂ ऑफिशियल ਨੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ 1 ਯਾਨੀ ਕਿ ਅਨੁਛੇਦ 1 ਦੇ ਵਿੱਚ ਦੱਸੇ ਗਏ ਨੇ ਇੰਡੀਆ दैट इज भारत इज ए यूनियन ऑफ स्टेट। ਜੇ ਪੁੱਛਿਆ ਜਾਵੇ ਕਿ ਇਹ ਆਰਿਆਵਰਤ ਨਾਮ ਭਾਰਤ ਦਾ ਕਿੱਥੇ ਦੱਸਿਆ ਗਿਆ ਪੁਰਾਣ ਦੇ ਵਿੱਚ ਬਹੁਤ ਸਾਰੇ ਪੁਰਾਣ ਹੁੰਦੇ ਨੇ ਜਿਵੇਂ ਚਾਰ ਵੇਦ ਤੁਸੀਂ ਸੁਣਿਆ ਹੋਊਗਾ ਰਿਗਵੇਦ ਯਜੁਰਵੇਦ ਸਾਮਵੇਦ ਅਥਰਵੇਦ ਉਹਨਾਂ ਵੇਦਾਂ ਦੇ ਵਿੱਚੋਂ ਹੀ ਪੁਰਾਣ ਨਿਕਲਦੇ ਨੇ ਠੀਕ ਹੈ ਧਾਰਮਿਕ ਕਿਤਾਬਾਂ ਨੇ ਸਨਾਤਨ ਧਰਮ ਦੀਆਂ ਹਿੰਦੂ ਧਰਮ ਦੀਆਂ ਉਹਨਾਂ ਪੁਰਾਣ ਦੇ ਵਿੱਚ ਇੰਡੀਆ ਨੂੰ ਆਰਿਆਵਰਤ ਲਿਖਿਆ ਹੋਇਆ ਹੈ ਯਾਦ ਰੱਖਿਓ ਕਲੀਅਰ। ਤੇ ਜੇ ਪੁੱਛੇ ਸਭ ਤੋਂ ਪੁਰਾਣਾ ਨਾਮ ਕੀ ਹੈ ਜੰਬੂ ਦਵੀਪਾ ਸਭ ਤੋਂ ਪੁਰਾਣਾ ਨਾਮ ਕੀ ਹੈ ਜੰਬੂ ਦਵੀਪਾ। ਉਰੇ ਤੁਸੀਂ ਭਾਰਤ ਦਾ ਮੈਪ ਦੇਖ ਸਕਦੇ ਹੋ ਬੱਚੋ ਜੇ ਐਕਚੁਅਲ ਤੁਸੀਂ ਚੱਜ ਨਾਲ ਵਰਦੀ ਲੈਣੀ ਹੈ ਤਿਆਰੀ ਕਰ ਰਹੇ ਹੋ ਜਿੰਨੀ ਗੱਲਾਂ ਮੈਂ ਤੁਹਾਨੂੰ ਐਕਸਟਰਾ ਦੱਸ ਰਿਹਾ ਉਹਨੂੰ ਨੋਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਲਓ। ਜੀਕੇ ਤੋਂ ਇਲਾਵਾ ਕੱਲ ਪੰਜਾਬੀ ਦੀ ਵੀਡੀਓ ਵੀ ਆ ਰਹੀ ਹੈ ਪਰਸੋਂ ਮੈਥ ਅਤੇ ਰੀਜ਼ਨਿੰਗ ਦੀ ਵੀ ਆ ਰਹੀ ਹੈ ਤੁਹਾਨੂੰ ਟਾਈਮ ਟੂ ਟਾਈਮ ਨੋਟੀਫਿਕੇਸ਼ਨ ਮਿਲਣਾ ਚਾਹੀਦਾ ਹੈ। ਜੇ ਚੈਨਲ ਸਬਸਕ੍ਰਾਈਬ ਹੋਊਗਾ ਬੈਲ ਆਈਕਨ ਪ੍ਰੈਸ ਹੋਊਗਾ ਤਾਂ ਹੀ ਤੁਹਾਡੇ ਤੱਕ ਇਹ ਗੱਲ ਪਹੁੰਚੂਗੀ ਠੀਕ ਹੈ ਬੱਚੋ। ਲੈਣੇ ਆਪਾਂ ਅਗਲਾ ਕੁਐਸਚਨ ਲੈਣੇ ਬੱਚੋ ਨੈਕਸਟ ਕੁਐਸਚਨ ਵਧੀਆ ਕੁਐਸਚਨ ਹੈ ਕਹਿੰਦਾ ਜੀ ਵਿਚ ਇਜ਼ ਦਾ ਲਾਰਜੈਸਟ ਕੰਟਰੀ ਇਨ ਦਾ ਵਰਲਡ ਕਿਹੜਾ ਦੇਸ਼ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਹੈ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਦਾ ਨਾਮ ਕਿਹੜਾ ਹੈ। ਹੁਣ ਜਿਹੜਾ ਸਭ ਤੋਂ ਵੱਡਾ ਇਹ ਸ਼ਬਦ ਹੈ ਇਹ ਦੋ ਚੀਜ਼ਾਂ ਅਨੁਸਾਰ ਪੁੱਛਿਆ ਜਾਂਦਾ ਹੈ ਏਰੀਆ ਵਾਈਜ਼ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਜਾਂ ਜਨਸੰਖਿਆ ਦੇ ਆਧਾਰ ਤੇ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਇਸ ਤਰੀਕੇ ਨਾਲ ਇਹ ਕੁਐਸਚਨ ਬਣਦਾ ਹੈ। ਜੇ ਹੁਣ ਅਸੀਂ ਏਰੀਆ ਯਾਨੀ ਕਿ ਖੇਤਰਫਲ ਦੀ ਗੱਲ ਕਰੀਏ ਕਿਹਦੀ ਗੱਲ ਕਰੀਏ ਬੱਚੋ ਖੇਤਰਫਲ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਰਸ਼ੀਆ ਯਾਦ ਰੱਖਿਓ। ਖੇਤਰਫਲ ਦੇ ਹਿਸਾਬ ਨਾਲ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਹੈ ਕੈਨੇਡਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ ਤੁਹਾਡੇ ਕੋਲੇ ਚਾਈਨਾ ਚੌਥਾ ਸਭ ਤੋਂ ਵੱਡਾ ਦੇਸ਼ ਹੈ ਤੁਹਾਡੇ ਕੋਲੇ USA ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ ਖੇਤਰਫਲ ਦੇ ਹਿਸਾਬ ਨਾਲ ਬ੍ਰਾਜ਼ੀਲ ਤੇ ਛੇਵਾਂ ਸਭ ਤੋਂ ਵੱਡਾ ਦੇਸ਼ ਹੈ ਖੇਤਰਫਲ ਦੇ ਹਿਸਾਬ ਨਾਲ ਆਸਟ੍ਰੇਲੀਆ ਤੇ ਸੱਤਵਾਂ ਸਭ ਤੋਂ ਵੱਡਾ ਦੇਸ਼ ਹੈ ਖੇਤਰਫਲ ਦੇ ਹਿਸਾਬ ਨਾਲ ਇੰਡੀਆ। ਇਹ ਕੁਐਸਚਨ ਬਣ ਸਕਦਾ ਹੈ ਕਿ ਦੁਨੀਆ ਦੇ ਵਿੱਚ ਖੇਤਰਫਲ ਦੇ ਹਿਸਾਬ ਦੇ ਨਾਲ ਏਰੀਆ ਦੇ ਹਿਸਾਬ ਨਾਲ ਭਾਰਤ ਦਾ ਕਿੰਨਵਾਂ ਰੈਂਕ ਹੈ ਸੱਤਵਾਂ ਠੀਕ ਹੈ ਤੇ 8ਵੇਂ ਨੰਬਰ ਤੇ ਕਿਹੜਾ ਅਰਜਨਟੀਨਾ। ਘੱਟੋ ਘੱਟ ਇਹ 8 ਦੇਸ਼ਾਂ ਦਾ ਆਰਡਰ ਯਾਦ ਰੱਖੋ। ਹੁਣ ਇਸ ਕੁਐਸਚਨ 'ਚ ਪੁੱਛਿਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਤਾਂ ਏਰੀਆ ਵਾਈਜ਼ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਰਸ਼ੀਆ ਹੈ। ਰਸ਼ੀਆ ਦਾ ਪੁਰਾਣਾ ਨਾਮ USSR ਹੁੰਦਾ ਸੀ ਤੇ ਰਸ਼ੀਆ ਦੀ ਰਾਜਧਾਨੀ ਦਾ ਨਾਮ ਮਾਸਕੋ ਹੈ। ਇੰਡੀਆ ਦੀ ਰਾਜਧਾਨੀ ਦਾ ਨਾਮ ਕੀ ਹੈ ਦਿੱਲੀ ਹੈ ਜਾਂ ਨਿਊ ਦਿੱਲੀ। ਚਾਈਨਾ ਦੀ ਰਾਜਧਾਨੀ ਦਾ ਨਾਮ ਕੀ ਹੈ ਬੀਜਿੰਗ ਕੈਨੇਡਾ ਦੀ ਰਾਜਧਾਨੀ ਦਾ ਨਾਮ ਕੀ ਹੈ ਓਟਾਵਾ ਯਾਦ ਰੱਖਿਓ। ਹੁਣ ਜੇ ਪੁੱਛ ਲੇ ਪੋਪੂਲੇਸ਼ਨ ਦੇ ਆਧਾਰ ਤੇ ਵੀ ਜਨਸੰਖਿਆ ਦੇ ਆਧਾਰ ਤੇ ਦੱਸੋ ਤਾਂ ਪੋਪੂਲੇਸ਼ਨ ਦੇ ਆਧਾਰ ਤੇ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਰੀਸੈਂਟਲੀ ਇੰਡੀਆ ਬਣਿਆ ਲਗਭਗ 142 ਕਰੋੜ ਦੀ ਸਾਡੀ ਪੋਪੂਲੇਸ਼ਨ ਹੋ ਗਈ ਤੇ ਆਫੀਸ਼ੀਅਲੀ ਅਸੀਂ ਚਾਈਨਾ ਨੂੰ ਪਿੱਛੇ ਛੱਡਤਾ ਜਨਸੰਖਿਆ ਦੇ ਆਧਾਰ ਤੇ। ਇਹ ਕੁਐਸਚਨ ਕਰੰਟ ਅਫੇਅਰ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਕਿ ਰੀਸੈਂਟਲੀ ਇੰਡੀਆ ਕਿਹੜੇ ਦੇਸ਼ ਨੂੰ ਪਿਛਾੜ ਕੇ ਜਨਸੰਖਿਆ ਦੇ ਆਧਾਰ ਤੇ ਸਭ ਤੋਂ ਨੰਬਰ 1 ਤੇ ਬਣਿਆ ਤਾਂ ਉਹ ਹੈਗਾ ਚਾਈਨਾ ਨੂੰ ਪਿਛਾੜ ਕੇ। ਦੂਜੇ ਨੰਬਰ ਤੇ ਆ ਗਿਆ ਚਾਈਨਾ ਲਗਭਗ 148 ਕਰੋੜ ਦੀ ਪੋਪੂਲੇਸ਼ਨ ਠੀਕ ਹੈ। ਤੀਜੇ ਨੰਬਰ ਤੇ ਜਨਸੰਖਿਆ ਦੇ ਆਧਾਰ ਤੇ ਹੈਗਾ USA ਲਗਭਗ 52 ਕਰੋੜ ਦੀ ਪੋਪੂਲੇਸ਼ਨ USA ਦੇ ਵਿੱਚ ਹੈ ਯਾਦ ਰੱਖੋ। ਜਿਹੜਾ ਸਾਡਾ ਕੰਟਰੀ ਹੈ ਬੱਚੋ ਇੰਡੀਆ ਕੋਲੇ ਪੂਰੀ ਦੁਨੀਆ ਦੀ 17% ਦੇ ਲਗਭਗ ਜਨਸੰਖਿਆ ਪੂਰੀ ਦੁਨੀਆ ਦੇ 17% ਲੋਕ ਸਾਡੇ ਕੋਲ ਰਹਿੰਦੇ ਨੇ। ਇੰਡੀਆ ਕੋਲੇ ਪੂਰੀ ਦੁਨੀਆ ਦਾ ਲਗਭਗ 4% ਪਾਣੀ ਹੈ ਪੂਰੀ ਦੁਨੀਆ ਦਾ ਲਗਭਗ 4% ਪਾਣੀ ਸਾਡੇ ਕੋਲੇ ਹੈ ਪੂਰੀ ਦੁਨੀਆ ਦਾ ਯਾਦ ਰੱਖਿਓ ਠੀਕ ਹੈ। ਨੈਕਸਟ ਇੰਡੀਆ ਦਾ ਜਿਹੜਾ ਟੋਟਲ ਏਰੀਆ ਭਾਰਤ ਦਾ ਜਿਹੜਾ ਟੋਟਲ ਖੇਤਰਫਲ ਹੈ ਉਹ ਹੈਗਾ 32,87,263 ਕਿਲੋਮੀਟਰ ਲਗਭਗ 32,87,263 ਵਰਗ ਕਿਲੋਮੀਟਰ ਭਾਰਤ ਦਾ ਟੋਟਲ ਖੇਤਰਫਲ ਹੈ ਲਗਭਗ ਜੋ ਕਿ ਪੂਰੀ ਦੁਨੀਆ ਦੇ ਖੇਤਰਫਲ ਦਾ 2.4% ਹੈ। ਭਾਰਤ ਦਾ ਜਿਹੜਾ ਖੇਤਰਫਲ ਹੈ 32,87,263 ਵਰਗ ਕਿਲੋਮੀਟਰ ਦੇ ਕਰੀਬ ਹੈ ਜੋ ਕਿ ਪੂਰੀ ਦੁਨੀਆ ਦੇ ਖੇਤਰਫਲ ਦਾ 2.4% ਹੈ। ਇਹ ਯਾਦ ਰੱਖਣੀ ਹੈ ਗੱਲ ਇੰਪੋਰਟੈਂਟ ਹੈ ਪਿਆਰੇ ਬੱਚੋ। ਅੱਗੇ ਵਧਦੇ ਹਾਂ ਨੈਕਸਟ ਕੁਐਸਚਨ ਬੱਚੋ। ਨੈਕਸਟ ਕੁਐਸਚਨ 'ਚ ਪੁੱਛਿਆ ਗਿਆ ਹੈ ਵਾਟ ਇਜ਼ ਦਾ ਲੈਂਥ ਆਫ ਇੰਡੀਅਨਸ ਲੈਂਡ ਬਾਉਂਡਰੀ। ਇੰਡੀਆ ਦੀ ਲੈਂਡ ਬਾਉਂਡਰੀ ਦੀ ਟੋਟਲ ਲੈਂਥ ਕਿੰਨੀ ਹੈ
ਸਭ ਤੋਂ ਪਹਿਲਾਂ ਤਾਂ ਲੈਂਡ ਬਾਉਂਡਰੀ ਹੁੰਦੀ ਕੀ ਹੈ, ਇਹਨੂੰ ਸਰਲ ਭਾਸ਼ਾ 'ਚ ਜ਼ਮੀਨੀ ਸੀਮਾ ਕਹਿ ਦਿੰਦੇ ਹਾਂ। ਹੁਣ ਆ ਜਿਹੜੀ ਰੈੱਡ ਲਾਈਨ ਮੈਂ ਖਿੱਚ ਰਿਹਾ ਉਰੋਂ, ਆ ਸਾਰੀ ਇੰਡੀਆ ਦੀ ਲੈਂਡ ਬਾਉਂਡਰੀ ਹੈ, ਧਿਆਨ ਨਾਲ ਸਮਝਣਾ ਹੈ। ਇਹ ਸਾਰੀ ਇੰਡੀਆ ਦੀ ਕੀ ਹੈ ਪਿਆਰੇ ਬੱਚੋ, ਆ ਲੈਂਡ ਬਾਉਂਡਰੀ ਹੈ, ਟੋਟਲ ਆ ਲੈਂਡ ਬਾਉਂਡਰੀ ਹੈ। ਲੈਂਡ ਬਾਉਂਡਰੀ ਮਤਲਬ ਇਹ ਜਿਹੇ ਮੁਲਕ ਜਿਨ੍ਹਾਂ ਨਾਲ ਸਾਡੀ ਜ਼ਮੀਨ ਟੱਚ ਹੁੰਦੀ ਹੈ, ਇਹਨੂੰ ਲੈਂਡ ਬਾਉਂਡਰੀ ਕਹਿੰਦੇ ਨੇ। ਆ ਸਾਰੀ ਲੈਂਡ ਬਾਉਂਡਰੀ ਹੈ। ਪਹਿਲੀ ਗੱਲ, ਇੰਡੀਆ ਦੀ ਜਿਹੜੀ ਲੈਂਡ ਬਾਉਂਡਰੀ ਹੈ ਉਹ 7 ਦੇਸ਼ਾਂ ਨਾਲ ਲੱਗਦੀ ਹੈ। ਜ਼ਮੀਨੀ ਸੀਮਾ ਭਾਰਤ ਦੀ ਕਿੰਨੇ ਦੇਸ਼ਾਂ ਦੀ ਹੱਦਾਂ ਨੂੰ ਟੱਚ ਕਰਦੀ ਹੈ? 7 ਦੇਸ਼ਾਂ ਨੂੰ, ਯਾਨੀ ਕਿ ਭਾਰਤ ਦੇ 7 ਪੜੋਸੀ ਦੇਸ਼ ਹਨ ਜ਼ਮੀਨੀ ਸੀਮਾ ਦੇ ਅਨੁਸਾਰ। ਕਿਵੇਂ ਯਾਦ ਰੱਖਾਂਗੇ ਕਿਹੜेਗੇ? ਬਚਪਨ, BACHPAN, ਬਚਪਨ। ਬਚਪਨ 'ਚ ਤੁਸੀਂ MBA ਕਰਤੀ ਸੀ, ਬਚਪਨ 'ਚ ਕੀ ਕਰ ਲਈ ਸੀ? MBA। BA ਦਾ ਮਤਲਬ ਕੀ ਹੈ? ਬੰਗਲਾਦੇਸ਼, ਯਾਨੀ ਕਿ ਭਾਰਤ ਦਾ ਪਹਿਲਾ ਪੜੋਸੀ ਦੇਸ਼ ਬੰਗਲਾਦੇਸ਼ ਹੈ। ਦੂਸਰਾ ਭਾਰਤ ਦਾ ਪੜੋਸੀ ਦੇਸ਼, CH ਦਾ ਮਤਲਬ ਚਾਈਨਾ, PA ਦਾ ਮਤਲਬ ਤੁਹਾਡੇ ਕੋਲੇ ਕੀ ਹੈ ਬੱਚੋ? ਪਾਕਿਸਤਾਨ, ਤੇ N ਦਾ ਮਤਲਬ ਤੁਹਾਡੇ ਕੋਲੇ ਕੀ ਹੈ ਬੱਚੋ? ਨੇਪਾਲ। M ਦਾ ਮਤਲਬ ਤੁਹਾਡੇ ਕੋਲੇ ਕੀ ਹੈ ਬੱਚੋ? ਮਿਆਂਮਾਰ। B ਦਾ ਮਤਲਬ ਤੁਹਾਡੇ ਕੋਲੇ ਕੀ ਹੈ ਬੱਚੋ? ਭੂਟਾਨ। ਤੇ A ਦਾ ਮਤਲਬ ਤੁਹਾਡੇ ਕੋਲੇ ਕੀ ਹੈ ਬੱਚੋ? ਅਫਗਾਨਿਸਤਾਨ। ਇਹ 7 ਦੇਸ਼ ਨੇ ਜਿਨ੍ਹਾਂ ਨਾਲ ਸਾਡੀ ਜ਼ਮੀਨੀ ਸੀਮਾ ਟੱਚ ਹੁੰਦੀ ਹੈ, ਠੀਕ ਹੈ। ਹੁਣ ਸਭ ਤੋਂ ਵੱਡੀ ਜ਼ਮੀਨ ਜਿਹੜੀ ਸਾਡੀ ਯਾਨੀ ਕਿ ਲੈਂਡ ਬਾਉਂਡਰੀ ਲੱਗਦੀ ਹੈ ਉਹ ਬੰਗਲਾਦੇਸ਼ ਨਾਲ ਲੱਗਦੀ ਹੈ, 4096 ਕਿਲੋਮੀਟਰ। ਸਭ ਤੋਂ ਵੱਡੀ ਜ਼ਮੀਨ ਸੀਮਾ। ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ ਹੈ, ਭਾਰਤ ਦੀ ਸਭ ਤੋਂ ਵੱਡੀ ਜ਼ਮੀਨੀ ਸੀਮਾ ਕਿਹਦੇ ਨਾਲ ਲੱਗਦੀ ਹੈ? ਬੰਗਲਾਦੇਸ਼ ਨਾਲ। ਚਾਈਨਾ ਦੇ ਨਾਲ ਲਗਭਗ 3500 ਕਿਲੋਮੀਟਰ ਲੰਬਾ ਸਾਡਾ ਬਾਰਡਰ ਲੱਗਦਾ ਹੈ ਚਾਈਨਾ ਨਾਲ। ਪਾਕਿਸਤਾਨ ਨਾਲ ਲਗਭਗ 3300 ਕਿਲੋਮੀਟਰ ਲੰਬਾ ਬਾਰਡਰ ਸਾਡਾ ਲੱਗਦਾ ਹੈ। ਮਿਆਂਮਾਰ ਦੇ ਨਾਲ ਸਾਡਾ ਲਗਭਗ 1643 ਕਿਲੋਮੀਟਰ ਲੰਬਾ ਬਾਰਡਰ ਲੱਗਦਾ ਹੈ। ਨੇਪਾਲ ਦੇ ਨਾਲ 1750 ਕਿਲੋਮੀਟਰ, ਭੂਟਾਨ ਦੇ ਨਾਲ 1699 ਕਿਲੋਮੀਟਰ। ਜਿੰਨਾ ਵੀ ਸਾਡਾ ਬਾਰਡਰ 7 ਦੇਸ਼ਾਂ ਨਾਲ ਲੱਗਦਾ ਹੈ, ਜਿਹਨੂੰ ਮੈਂ ਜੋੜਦਾ ਤਾਂ ਲਗਭਗ 15200 ਕਿਲੋਮੀਟਰ ਲੰਬਾ ਬਾਰਡਰ ਆਊਗਾ। ਯਾਨੀ ਕਿ ਆਹ ਰੈੱਡ ਲਾਈਨ ਜੇ ਮੈਂ ਇੰਚੀ ਟੇਪ ਲੈ ਕੇ ਮਾਪਾਂ ਉਰੇ ਤੋਂ ਲੈ ਕੇ ਉਰੇ ਤੱਕ ਤਾਂ ਲਗਭਗ 15200 ਕਿਲੋਮੀਟਰ ਲੰਬਾ ਬਾਰਡਰ ਆਊਗਾ। ਤਾਂ ਇਹਦਾ ਮਤਲਬ ਭਾਰਤ ਦੀ ਟੋਟਲ ਜ਼ਮੀਨੀ ਸੀਮਾ ਜਿਹੜੀ ਹੈ ਉਹ 15200 ਕਿਲੋਮੀਟਰ ਹੈ, ਜਿਸ 'ਚ 7 ਦੇਸ਼ ਆਉਂਦੇ ਨੇ। ਨਾਲ ਦੀ ਨਾਲ ਬੱਚੋ ਐਕਸਟਰਾ ਗੱਲ ਤੁਸੀਂ ਹੋਰ ਕੀ ਯਾਦ ਰੱਖਣੀ ਹੈ? ਹੁਣ ਜਿਹੜਾ ਇੰਡੀਆ ਅਤੇ ਚਾਈਨਾ ਦੇ ਵਿਚਕਾਰ ਬਾਰਡਰ ਪੈਂਦਾ ਹੈ, ਇਹਦੇ ਵਿਚਕਾਰ ਪਿਆਰੇ ਬੱਚੋ ਇੰਡੀਆ ਅਤੇ ਚਾਈਨਾ ਦੇ ਵਿਚਕਾਰ ਜਿਹੜਾ ਬਾਰਡਰ ਪੈਂਦਾ ਹੈ ਉਹਦਾ ਨਾਮ ਕੀ ਹੈ? ਮੈਕਮੋਹਨ ਲਾਈਨ। ਕੀ ਨਾਮ ਹੈ? ਇੰਡੀਆ ਤੇ ਚਾਈਨਾ ਦੇ ਵਿਚਕਾਰ ਜਿਹੜਾ ਬਾਰਡਰ ਪੈਂਦਾ ਹੈ ਮੈਕਮੋਹਨ ਲਾਈਨ। ਮੈਕਮੋਹਨ ਉਸ ਬੰਦੇ ਦਾ ਨਾਮ ਸੀ ਜਿਹਨੇ ਭਾਰਤ ਅਤੇ ਚਾਈਨਾ ਦੇ ਵਿਚਕਾਰ ਸੀਮਾ ਰੇਖਾ ਵਿਛਾਈ ਸੀ, ਸਰ ਮੈਕਮੋਹਨ ਬੋਲਦੇ ਆ। ਉਹਨਾਂ ਦੇ ਨਾਮ ਤੇ ਹੀ ਇੰਡੀਆ ਤੇ ਚਾਈਨਾ ਦਾ ਬਾਰਡਰ ਰੱਖਿਆ ਗਿਆ ਮੈਕਮੋਹਨ ਲਾਈਨ। ਹੁਣ ਜੇ ਕੁਐਸਚਨ ਆ ਜੇ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਸੀਮਾ ਰੇਖਾ ਹੈ, ਜਿਹੜੀ ਬਾਉਂਡਰੀ ਲਾਈਨ ਹੈ, ਉਹਦਾ ਕੀ ਨਾਮ ਹੈ? ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਬਾਉਂਡਰੀ ਲਾਈਨ ਹੈ ਉਹਦਾ ਨਾਮ ਹੈ ਰੈੱਡ ਕਲਿਫ ਲਾਈਨ। ਇੰਡੀਆ ਤੇ ਚਾਈਨਾ ਦੇ ਵਿਚਕਾਰ ਮੈਕਮੋਹਨ ਲਾਈਨ, ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਹੈ ਜਿਹੜੀ ਉਹ ਰੈੱਡ ਕਲਿਫ ਲਾਈਨ ਹੈ। ਬੱਚੋ ਵੀਡੀਓ ਪਸੰਦ ਆਵੇ ਤਾਂ ਸੋ ਲੱਗੇ ਤੁਹਾਨੂੰ ਲਾਈਕ ਕਰਨਾ, ਵੀਡੀਓ ਦੇ ਨੀਚੇ ਕਮੈਂਟ ਕਰੋ, ਐਪਰੀਸ਼ੀਏਟ ਕਰੋ ਕਿ ਸਰ ਤੁਸੀਂ ਵਧੀਆ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਆ। ਜੇ ਕੁਐਸਚਨ ਆ ਜੇ ਪਾਕਿਸਤਾਨ ਅਤੇ ਅਫਗਾਨਿਸਤਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਕਾਰ ਜਿਹੜਾ ਬਾਰਡਰ ਪੈਂਦਾ ਹੈ ਉਹਦਾ ਨਾਮ ਕੀ ਹੈ? ਡੁਰੰਡ ਲਾਈਨ। ਕੀ ਨਾਮ ਹੈ ਬੱਚੋ? ਉਹਦਾ ਨਾਮ ਹੈ ਡੁਰੰਡ ਲਾਈਨ। ਦੁਨੀਆ ਦਾ ਸਭ ਤੋਂ ਲੰਬਾ ਬਾਰਡਰ ਜਿਹੜਾ 2 ਦੇਸ਼ਾਂ 'ਚ ਪੈਂਦਾ ਹੈ ਉਹ USA ਅਤੇ ਕੈਨੇਡਾ ਦੇ ਵਿੱਚ ਪੈਂਦਾ ਹੈ। ਦੁਨੀਆ ਦੇ 2 ਦੇਸ਼ਾਂ ਦੇ ਵਿਚਕਾਰ ਪੈਣ ਵਾਲਾ ਸਭ ਤੋਂ ਲੰਬਾ ਬਾਰਡਰ USA ਅਤੇ ਕੈਨੇਡਾ ਹੈ ਤੇ ਉਸ ਦੀ ਬਾਉਂਡਰੀ ਦਾ ਨਾਮ ਹੈ 49th ਪੈਰਲਲ ਲਾਈਨ। 2 ਦੇਸ਼ਾਂ ਦੇ ਵਿਚਕਾਰ ਸਭ ਤੋਂ ਲੰਬਾ ਜਿਹੜਾ ਬਾਰਡਰ ਪੈਂਦਾ ਹੈ ਉਹਦਾ ਨਾਮ 49 ਸਮਾਨਾਂਤਰ ਰੇਖਾ ਹੈ, ਪੈਰਲਲ ਲਾਈਨ ਹੈ, ਉਹ USA ਅਤੇ ਕੈਨੇਡਾ ਦੇ ਵਿਚਕਾਰ ਪੈਂਦਾ ਹੈ। 2 ਦੇਸ਼ਾਂ ਵਿਚਕਾਰ ਸਭ ਤੋਂ ਡੇਂਜਰਸ, ਖਤਰਨਾਕ ਮੰਨਿਆ ਗਿਆ ਜਿਹੜਾ ਬਾਰਡਰ, ਜਿੱਥੇ ਕਿਹਾ ਜਾਂਦਾ ਹੈ ਵੀ ਪਿਛਲੇ 500 ਸਾਲਾਂ ਤੋਂ ਲੜਾਈ ਚੱਲ ਰਹੀ ਹੈ, ਉਸ ਬਾਰਡਰ ਦਾ ਨਾਮ ਹੈ ਨਾਰਥ ਕੋਰੀਆ ਤੇ ਸਾਊਥ ਕੋਰੀਆ। ਉੱਤਰੀ ਕੋਰੀਆ ਅਤੇ ਸਾਊਥ ਕੋਰੀਆ ਦੇ ਵਿਚਕਾਰ ਜਿਹੜਾ ਬਾਰਡਰ ਹੈ ਉਹਨੂੰ ਬੋਲਦੇ ਨੇ 38th ਪੈਰਲਲ ਲਾਈਨ, 38th ਸਮਾਨਾਂਤਰ ਰੇਖਾ। ਇਹ ਸਭ ਤੋਂ ਵੱਡਾ, ਸਭ ਤੋਂ ਖਤਰਨਾਕ ਬਾਰਡਰ ਮੰਨਿਆ ਗਿਆ ਨਾਰਥ ਕੋਰੀਆ ਤੇ ਸਾਊਥ ਕੋਰੀਆ ਪੂਰੀ ਦੁਨੀਆ ਦੇ ਵਿਚਕਾਰ। ਜਿਵੇਂ ਵੀ ਜਿੰਨੇ ਵੀ ਦੇਸ਼ ਨੇ ਜਿੱਥੇ ਬਾਰਡਰ ਲੱਗਦਾ ਹੈ, ਸਭ ਤੋਂ ਖਤਰਨਾਕ ਨਾਰਥ ਕੋਰੀਆ ਤੇ ਸਾਊਥ ਕੋਰੀਆ ਦਾ ਬਾਰਡਰ ਮੰਨਿਆ ਗਿਆ, ਜਿਹਨੂੰ 38th ਪੈਰਲਲ ਲਾਈਨ ਕਹਿੰਦੇ ਆ।
आई होप इन्नी क गल्लां तुहानूं समझ आ जाणगीਆਂ बच्चों। कापी चक्को, एक एक चीज़ लिखो, वर्दी लैनी सौखी नहीं। पिछली वार साडे 56 बच्चे क्लीयर होए सी, ਉਹਨਾਂ ਨੂੰ ਕੁੱਟ ਕੇ ਅਸੀਂ ਗਾਲਾਂ ਕੱਢ ਕੇ, ਗਾਲਾਂ ਤਾਂ ਚਲੋ ਕਿਉਂ ਡਾਂਟ ਕੇ ਆਪਦੇ ਜਵਾਕਾਂ ਵਾਂਗੂ, ਛੋਟੇ ਭਾਈਆਂ ਵਾਂਗੂ ਵੀ ਤੇਰਾ ਬਾਂਝੂ ਬਾਬੇ ਕੁਝ ਪੜ੍ਹ ਲੈ, ਹੈ ਨਾ। ਉਹਨਾਂ ਨੂੰ ਸਮਝਾ ਘਰੇ ਫੋਨ ਕਰ ਗੁੱਸੇ ਨਾਲ ਡਾਂਟ ਕੇ ਫਿਰ ਜਾ ਕੇ 56 ਬੱਚੇ ਅਸੀਂ ਕਲੀਅਰ ਕਰਵਾਏ। ਨੈਕਸਟ ਬੱਚੋ ਅੱਗੇ ਕਰਦੇ ਹਾਂ। ਹੁਣ ਅਗਲਾ ਕੁਐਸਚਨ ਹੈ, ਕਹਿੰਦਾ ਭਾਰਤ ਦੀ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ। ਸਭ ਤੋਂ ਪਹਿਲਾਂ ਸਰ ਤੱਟ ਰੇਖਾ ਨੂੰ ਇੰਗਲਿਸ਼ 'ਚ ਕੋਸਟ ਲਾਈਨ ਕਹਿੰਦੇ ਨੇ। ਕੋਸਟ ਲਾਈਨ ਹੁੰਦੀ ਕੀ ਹੈ ਇਹ ਧਿਆਨ ਨਾਲ ਸਮਝਣਾ ਹੈ। ਕੋਸਟ ਲਾਈਨ ਯਾਨੀ ਕਿ ਤੱਟ ਰੇਖਾ। ਮੰਨ ਲਓ ਆ ਇੱਕ ਰੇਖਾ ਹੈ, ਲਾਈਨ ਹੈ, ਇਹਦੇ ਇੱਕ ਪਾਸੇ ਤਾਂ ਜ਼ਮੀਨ ਹੈ, ਲੈਂਡ ਹੈ, ਤੇ ਇੱਕ ਪਾਸੇ ਸਮੁੰਦਰ ਯਾਨੀ ਕਿ ਪਾਣੀ ਲੱਗਦਾ ਹੈ। ਤਾਂ ਉਹ ਪੁਆਇੰਟ ਜਿਹਦੇ ਇੱਕ ਪਾਸੇ ਜ਼ਮੀਨ ਹੈ ਤੇ ਦੂਸਰੇ ਪਾਸੇ ਜਿਹਦੇ ਪਾਣੀ ਹੈ, ਉਸ ਪੁਆਇੰਟ ਨੂੰ ਅਸੀਂ ਕੋਸਟ ਲਾਈਨ ਯਾਨੀ ਕਿ ਤੱਟ ਰੇਖਾ ਬੋਲਦੇ ਹਾਂ। ਯਾਦ ਰੱਖਿਓ। ਆ ਉੱਪਰ ਵਾਲਾ ਜਿਹੜਾ ਚਿੱਟਾ ਦਿਖ ਰਿਹਾ ਇਹ ਉਹ ਹੈ ਜਿਹਦੇ ਨਾਲ ਸਾਡੀ ਲੈਂਡ ਬਾਉਂਡਰੀ ਲੱਗਦੀ ਹੈ, ਜਿਹੜਾ ਮੈਂ ਪਿਛਲੇ ਕੁਐਸਚਨ 'ਚ ਦੱਸ ਕੇ ਆਇਆ, ਜ਼ਮੀਨੀ 15,200 ਕਿਲੋਮੀਟਰ। ਹੁਣ ਨੀਚੇ ਜਿਹੜਾ ਤੁਸੀਂ ਆ ਨੀਲਾ ਦੇਖ ਰਹੇ ਹੋ ਇਹ ਸਾਰਾ ਪਾਣੀ ਹੈ। ਉਰੋਂ ਸ਼ੁਰੂ ਹੋ ਗਿਆ, ਆ ਗੁਜਰਾਤ ਦਾ ਮੂੰਹ ਹੈ, ਉਰੋਂ ਸ਼ੁਰੂ ਹੋ ਗਿਆ, ਉਰੋਂ ਸ਼ੁਰੂ ਹੋ ਕੇ ਆ ਨੀਚੇ ਤੱਕ ਗਏ ਅਸੀਂ, ਆ ਨੀਚੇ ਤੱਕ, ਉਰੇ ਤੱਕ। ਜੇ ਉਰੇ ਮੈਂ ਇੰਚੀ ਟੇਪ ਲੈ ਕੇ, ਫਿੱਤਾ ਲੈ ਕੇ ਮਾਪਾਂ, ਇਹ ਸਾਡੀ ਤੱਟ ਰੇਖਾ ਹੈ, ਇਹ ਸਾਡੀ ਕੀ ਹੈ, ਕੋਸਟ ਲਾਈਨ ਹੈ। ਇਹ ਸਾਡੀ ਕੀ ਹੈ, ਕੋਸਟ ਲਾਈਨ। ਪਹਿਲੀ ਗੱਲ ਤਾਂ ਕਿ ਇੰਡੀਆ ਸਿਰਫ ਆਹੀ ਹੈ, ਇਸ ਤੋਂ ਇਲਾਵਾ ਵੀ ਇੰਡੀਆ ਹੈਗਾ। ਆਹ ਵਾਲਾ ਜਿਹੜੇ ਤੁਹਾਨੂੰ ਟਾਪੂ ਜੇ ਦਿਖ ਰਹੇ ਨੇ ਇਹਨਾਂ ਨੂੰ ਬੋਲਦੇ ਆ ਅੰਡੋਮਾਨ ਨਿਕੋਬਾਰ, ਤੇ ਇੱਕ ਉਰੇ ਜੇ ਟਾਪੂ ਨੇ ਇਹਨਾਂ ਨੂੰ ਬੋਲਦੇ ਆ ਲਕਸ਼ਦਵੀਪ। ਭਾਰਤ ਦੇ ਕੋਲੇ ਆਹ ਵਾਲਾ ਜਿਹੜਾ ਮੇਨ ਇੰਡੀਆ ਹੈ, ਆਹ ਵਾਲੇ ਭਾਰਤ ਨੂੰ ਬੋਲਦੇ ਆ ਮੇਨਲੈਂਡ ਇੰਡੀਆ, ਮੁੱਖ ਭਾਰਤ। ਮੇਨਲੈਂਡ ਇੰਡੀਆ ਇਹਨੂੰ ਮੁੱਖ ਭਾਰਤ ਕਹਿੰਦੇ ਨੇ ਕਿਉਂਕਿ 90% ਭਾਰਤ ਉਰੀ ਹੈ, ਪਰ ਇਸ ਤੋਂ ਇਲਾਵਾ 5% ਭਾਰਤ ਲਕਸ਼ਦਵੀਪ ਹੈ, 5% ਭਾਰਤ ਅੰਡੋਮਾਨ ਨਿਕੋਬਾਰ ਹੈ। ਜੇ ਅਸੀਂ ਮੇਨਲੈਂਡ ਇੰਡੀਆ ਦੀ ਤੱਟ ਰੇਖਾ ਵੀ ਮਿਲਾ ਲਈਏ, ਲਕਸ਼ਦਵੀਪ ਦੀ ਵੀ ਤੱਟ ਰੇਖਾ ਮਿਲਾ ਲਈਏ, ਅੰਡੋਮਾਨ ਨਿਕੋਬਾਰ ਦੀ ਵੀ ਤੱਟ ਰੇਖਾ ਮਿਲਾ ਲਈਏ, ਤਾਂ ਟੋਟਲ ਤੱਟ ਰੇਖਾ ਦੀ ਲੰਬਾਈ 7516 ਕਿਲੋਮੀਟਰ ਹੈ, 7516 ਕਿਲੋਮੀਟਰ ਹੈ। ਯਾਦ ਰੱਖਣ ਵਾਲੀ ਗੱਲ ਹੈ। ਜੇ ਕੱਲੇ ਮੁੱਖ ਭਾਰਤ ਦੀ ਤੱਟ ਰੇਖਾ ਪੁੱਛਣ ਤਾਂ ਕੱਲੇ ਮੁੱਖ ਭਾਰਤ ਦੀ ਤੱਟ ਰੇਖਾ ਜਿਹੜੀ ਹੈ 6100 ਕਿਲੋਮੀਟਰ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਕਲੀਅਰ। ਪਹਿਲਾ ਕੁਐਸਚਨ, ਭਾਰਤ ਦੇ ਕਿੰਨੇ ਮੁੱਖ ਟਾਪੂ ਹਨ, ਕਿੰਨੇ ਮੁੱਖ ਦੀਪ ਸਮੂਹ ਟਾਪੂ ਹਨ। ਠੀਕ ਹੈ, ਤਾਂ ਦੋ ਹਨ, ਇੱਕ ਅੰਡੋਮਾਨ ਨਿਕੋਬਾਰ ਟਾਪੂ ਦੀਪ ਸਮੂਹ ਹੈ, ਇੱਕ ਲਕਸ਼ਦਵੀਪ ਦੀਪ ਸਮੂਹ ਹੈ। ਦੂਸਰਾ ਕੁਐਸਚਨ, ਪੂਰੇ ਭਾਰਤ ਦੀ ਤੱਟ ਰੇਖਾ ਕਿੰਨੀ ਹੈ, 7516। ਮੁੱਖ ਭਾਰਤ ਦੀ ਤੱਟ ਰੇਖਾ ਕਿੰਨੀ ਹੈ, 6100 ਕਿਲੋਮੀਟਰ। ਯਾਦ ਰੱਖਿਓ। ਜੇ ਪੁੱਛਿਆ ਜਾਵੇ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ, ਪੂਰੀ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ ਗ੍ਰੀਨਲੈਂਡ। ਪੂਰੀ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ, ਗ੍ਰੀਨਲੈਂਡ। ਟਾਪੂ ਹੁੰਦਾ ਕੀ ਹੈ ਅੱਗੇ ਵੀ ਦੱਸੂਗਾ, ਜਿਹਦੇ ਚਾਰੋਂ ਸਾਈਡ ਤੇ ਪਾਣੀ ਹੋਵੇ, ਦੀਪ ਸਮੂਹ ਬੋਲਦੇ ਨੇ ਉਹਨੂੰ। ਜਿਹਦੇ ਚਾਰੋਂ ਪਾਸੇ ਪਾਣੀ ਹੋਵੇ ਉਹਨੂੰ ਟਾਪੂ ਕਹਿੰਦੇ ਨੇ। ਤੇ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਗ੍ਰੀਨਲੈਂਡ ਹੈ, ਜੋ ਕਿ ਡੈਨਮਾਰਕ ਦੇਸ਼ ਦਾ ਹਿੱਸਾ ਹੈ। ਤੇ ਇੰਡੀਆ ਕੋਲੇ ਕਿਹੜੇ ਦੋ ਮੇਨ ਟਾਪੂਆਂ ਦੇ ਦੀਪ ਹਨ, ਸਮੂਹ ਹਨ, ਅੰਡੋਮਾਨ ਨਿਕੋਬਾਰ ਤੇ ਲਕਸ਼ਦਵੀਪ। ਆਈ ਹੋਪ ਇੰਨੀ ਕੁ ਗੱਲ ਤੁਹਾਨੂੰ ਕਲੀਅਰ ਹੋ ਗਈ। ਵੀਡੀਓ ਪੋਜ਼ ਕਰੋ, ਜੋ ਤੁਸੀਂ ਲਿਖਿਆ ਉਹਨੂੰ ਰਿਵਾਈਜ਼ ਕਰੋ। ਜੋ ਚੀਜ਼ ਸਮਝ ਨਾ ਆਈ ਕਮੈਂਟ ਬਾਕਸ 'ਚ ਲਿਖੋ, 24 ਘੰਟੇ 'ਚ ਮੈਂ ਰਿਪਲਾਈ ਕਰੂੰ, ਨਹੀਂ ਤਾਂ ਪਿੱਛੇ ਜਾ ਕੇ ਉਹਨੂੰ ਦੁਬਾਰਾ ਸੁਣੋ। ਸਮਝ ਆ ਗਈ ਗੱਲ? ਅੱਗੇ ਵਧਦੇ ਹਾਂ। ਨੈਕਸਟ ਕੁਐਸਚਨ ਬੱਚੋ, ਅਗਲਾ ਕੁਐਸਚਨ ਹੈ, ਇਹ ਕੁਐਸਚਨ ਮੈंने ਸਪੋਰਟਸ ਤੋਂ ਲਿਆ, 올림픽ਸ ਤੋਂ। 올림픽ਸ ਇੱਕ ਖੇਡਾਂ ਹੁੰਦੀਆਂ ਨੇ ਹਰ 4 ਸਾਲ ਬਾਅਦ, ਹਰ 4 ਸਾਲ ਬਾਅਦ 올림픽ਸ ਖੇਡਾਂ ਹੁੰਦੀਆਂ ਨੇ। 올림픽ਸ ਜਿਹੜੀ ਖੇਡਾਂ ਨੇ, ਇੱਕ ਦੇਸ਼ ਹੈ ਗ੍ਰੀਸ। ਗ੍ਰੀਸ ਦੇਸ਼ ਦਾ ਇੱਕ ਸ਼ਹਿਰ ਹੈ ਐਥਨਜ਼, ਉੱਥੋਂ ਸ਼ੁਰੂ ਹੋਈਆਂ ਸੀ। ਕਦੇ ਕਦਾਈ ਕੁਐਸਚਨ ਪੁੱਛ ਲੈਂਦੇ ਨੇ ਕਿ ਮਾਡਰਨ 올림픽ਸ ਖੇਡਾਂ ਜਿਹੜੀਆਂ ਨੇ ਕਿੱਥੋਂ ਸ਼ੁਰੂ ਹੋਈਆਂ, ਤਾਂ ਮਾਡਰਨ 올림픽ਸ ਖੇਡਾਂ ਗ੍ਰੀਸ ਦੇਸ਼ ਦੇ ਐਥਨਜ਼ ਸ਼ਹਿਰ ਤੋਂ ਸ਼ੁਰੂ ਹੋਈਆਂ। ਹੁਣ ਜੇ ਤੁਸੀਂ 올림픽ਸ ਖੇਡਾਂ ਦੇਖ ਰਹੇ ਹੋ, ਉੱਥੇ ਤੁਹਾਨੂੰ ਹਰ ਵਾਰੀ ਇਸ ਤਰੀਕੇ ਦੇ ਕਲਰਫੁਲ ਰਿੰਗ ਦਿਖਾਈ ਦਿੰਦੇ ਨੇ, ਛੱਲੇ ਕਹਿ ਲਓ, ਗੋਲੇ ਕਹਿ ਲਓ। ਕਹਿੰਦਾ ਇਹ ਜਿਹੜੇ 5 ਰਿੰਗ ਨੇ ਇਹ ਕਿਹਨੂੰ ਰਿਪਰੈਜ਼ੈਂਟ ਕਰਦੇ ਨੇ। ਇਹ ਚੀਜ਼ ਸਮਝਣ ਵਾਸਤੇ ਤੁਹਾਨੂੰ ਇਹ ਸਮਝਣਾ ਪਊ ਕਿ ਪੂਰੀ ਦੁਨੀਆ 'ਚ 7 ਮਹਾਦੀਪ ਨੇ, ਕੌਂਟੀਨੈਂਟ ਕਹਿ ਲਓ। ਇੱਕ ਮਹਾਦੀਪ ਹੈ ਏਸ਼ੀਆ, ਇੱਕ ਮਹਾਦੀਪ ਹੈ ਅਫਰੀਕਾ, ਇੱਕ ਮਹਾਦੀਪ ਹੈ ਨਾਰਥ ਅਮਰੀਕਾ ਜਿਹਨੂੰ ਤੁਸੀਂ ਉੱਤਰੀ ਅਮਰੀਕਾ ਵੀ ਆਖਦੇ ਹੋ, ਇੱਕ ਮਹਾਦੀਪ ਹੈ ਸਾਊਥ ਅਮਰੀਕਾ ਜਿਹਨੂੰ ਤੁਸੀਂ ਦੱਖਣੀ ਅਮਰੀਕਾ ਵੀ ਆਖਦੇ ਹੋ, ਪੰਜਵਾਂ ਮਹਾਦੀਪ ਹੈ ਤੁਹਾਡੇ ਕੋਲੇ ਆਸਟ੍ਰੇਲੀਆ। ਆਸਟ੍ਰੇਲੀਆ ਮਹਾਦੀਪ ਨੂੰ ਅੱਜ ਕੱਲ੍ਹ ਓਸ਼ੈਨਿਕਾ ਮਹਾਦੀਪ ਵੀ ਕਿਹਾ ਜਾਂਦਾ ਹੈ, ਓਸ਼ੈਨਿਕਾ।
6ਵਾਂ ਮਹਾਦੀਪ ਹੈ ਤੁਹਾਡੇ ਕੋਲੇ ਯੂਰਪ ਤੇ 7ਵਾਂ ਮਹਾਦੀਪ ਹੈ ਤੁਹਾਡੇ ਕੋਲੇ ਅੰਟਾਰਕਟਿਕਾ। 7 ਮਹਾਦੀਪ ਨੇ ਪੂਰੀ ਦੁਨੀਆ 'ਚ। ਤਾਂ ਹਰ ਇੱਕ ਮਹਾਦੀਪ ਨੂੰ ਇੱਕ ਸਰਕਲ ਦਿੱਤਾ ਗਿਆ, ਗੋਲਾ ਦਿੱਤਾ ਗਿਆ। ਜੇ 7 ਮਹਾਦੀਪ ਨੇ ਫਿਰ ਗੋਲੇ 7 ਹੋਣੇ ਚਾਹੀਦੇ ਸੀ, 5 ਕਿਉਂ ਨੇ? ਆਓ ਇਹਦੀ ਵੀ ਗੱਲ ਆਪਾਂ ਅੱਗੇ ਸਿੱਖਦੇ ਹਾਂ। ਸਭ ਤੋਂ ਪਹਿਲਾਂ ਇੱਕ ਗੋਲਾ ਏਸ਼ੀਆ ਮਹਾਦੀਪ ਦਾ ਹੈ। ਸਭ ਤੋਂ ਪਹਿਲਾਂ ਪਿਆਰੇ ਬੱਚੋ ਇੱਕ ਗੋਲਾ, ਆਪਾਂ ਇਹਦਾ ਕਲਰ ਚੇਂਜ ਕਰ ਲੈਨੇ ਤਾਂ ਕਿ ਆਪਾਂ ਨੂੰ ਸਮਝ ਵਧੀਆ ਆ ਜੇ। ਇਹ ਆਪਾਂ ਕਰ ਲੈਨੇ ਆਹ ਵਾਲਾ। ਹੁਣ ਇੱਕ ਗੋਲਾ ਤਾਂ ਏਸ਼ੀਆ ਮਹਾਦੀਪ ਦਾ ਹੋ ਗਿਆ, ਇੱਕ ਗੋਲਾ ਹੈਗਾ ਅਫਰੀਕਾ ਮਹਾਦੀਪ ਦਾ, ਰਿੰਗ ਕਹਿ ਲਓ ਗੋਲਾ ਕਹਿ ਲਓ। 2 ਨਾਰਥ ਅਮਰੀਕਾ ਅਤੇ ਸਾਊਥ ਅਮਰੀਕਾ ਦੋਨਾਂ ਨੂੰ ਮਿਲਾ ਕੇ ਇੱਕ ਗੋਲਾ ਦਿੱਤਾ ਗਿਆ। ਇੱਕ ਗੋਲਾ ਏਸ਼ੀਆ ਮਹਾਦੀਪ ਦਾ, ਇੱਕ ਗੋਲਾ ਸਰਕਲ ਅਫਰੀਕਾ ਮਹਾਦੀਪ ਦਾ, ਇੱਕ ਗੋਲਾ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਦੋਨਾਂ ਨੂੰ ਦਿੱਤਾ ਗਿਆ। ਇੱਕ ਗੋਲਾ ਆਸਟ੍ਰੇਲੀਆ ਯਾਨੀ ਕਿ ਓਸ਼ੈਨਿਕਾ ਦਾ ਤੇ ਇੱਕ ਗੋਲਾ ਯੂਰਪ ਦਾ। ਠੀਕ ਹੈ। ਅੰਟਾਰਕਟਿਕਾ ਦੇ ਵਿੱਚ ਹਰ ਵਕਤ ਆਈਸ ਜੰਮੀ ਰਹਿੰਦੀ ਹੈ, ਬਰਫ਼ ਜੰਮੀ ਰਹਿੰਦੀ ਹੈ। ਉਰੇ ਨਾ ਦੇ ਬਰਾਬਰ ਜਨਸੰਖਿਆ, ਨਾ ਦੇ ਬਰਾਬਰ ਪੋਪੂਲੇਸ਼ਨ ਹੈ, ਤਾਂ ਉਰੋਂ ਕੋਈ ਬੰਦਾ ਜਾਂ ਕੋਈ ਦੇਸ਼ ਉਰੇ ਨਹੀਂ ਵੱਸਦਾ, ਉਰੇ ਕੋਈ ਖੇਡਾਂ 'ਚ ਹਿੱਸਾ ਲੈਣ ਨਹੀਂ ਆਉਂਦਾ। ਤਾਂ ਅੰਟਾਰਕਟਿਕਾ ਨੂੰ ਕੋਈ ਸਰਕਲ ਨਹੀਂ ਦਿੱਤਾ ਗਿਆ। ਤਾਂ ਇੱਕ ਏਸ਼ੀਆ, ਇੱਕ ਅਫਰੀਕਾ, ਇੱਕ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ, 3 ਚੌਥਾ ਆਸਟ੍ਰੇਲੀਆ, 5ਵਾਂ ਯੂਰਪ। ਤਾਂ ਇਹ 5 ਸਰਕਲ ਬੇਸਿਕਲੀ 5 ਕੌਂਟੀਨੈਂਟਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਯਾਨੀ ਕਿ 5 ਮਹਾਦਵੀਪਾਂ ਨੂੰ ਰਿਪਰੈਜ਼ੈਂਟ ਕਰਦੇ ਹਨ। ਕਲੀਅਰ? ਤਾਂ ਇਹਦਾ ਆਨਸਰ ਆ ਜਾਊਗਾ 5 ਕੌਂਟੀਨੈਂਟਸ। ਹਰ ਇੱਕ ਕੌਂਟੀਨੈਂਟ ਨੂੰ ਇੱਕ ਸਰਕਲ ਜੋ ਦਿੱਤਾ ਗਿਆ ਉਹਦਾ ਪਰਮਾਨੈਂਟ ਕਲਰ ਹੈ। ਹੁਣ ਕੁਐਸਚਨਾਂ ਦੇ ਵਿੱਚ ਬਹੁਤ ਵਾਰ ਕੁਐਸਚਨ ਆਉਂਦਾ ਹੈ ਵੀ ਜਿਹੜਾ ਯੂਰਪ ਮਹਾਦੀਪ ਨੂੰ ਸਰਕਲ ਦਿੱਤਾ ਗਿਆ ਹੈ ਉਹ ਕਿਹੜੇ ਰੰਗ ਦਾ ਹੈ? ਬਲੂ ਰੰਗ ਦਾ। ਅਫਰੀਕਾ ਮਹਾਦੀਪ ਨੂੰ ਜਿਹੜਾ ਸਰਕਲ ਦਿੱਤਾ ਗਿਆ ਹੈ ਉਹ ਕਿਹੜੇ ਰੰਗ ਦਾ ਹੈ? ਬਲੈਕ ਰੰਗ ਦਾ। ਆਹ ਕੁਐਸਚਨ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਏਸ਼ੀਆ ਮਹਾਦੀਪ ਦਾ ਹਿੱਸਾ ਹੈ। ਤਾਂ ਏਸ਼ੀਆ ਮਹਾਦੀਪ ਨੂੰ ਯੈਲੋ ਕਲਰ ਦੇ ਸਰਕਲ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਅਮਰੀਕਾ ਮਹਾਦੀਪ ਨੂੰ ਰੈੱਡ ਕਲਰ ਦੇ ਸਰਕਲ ਨਾਲ, ਆਸਟ੍ਰੇਲੀਆ ਮਹਾਦੀਪ ਨੂੰ ਗ੍ਰੀਨ ਕਲਰ ਦੇ ਸਰਕਲ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਇੰਡੀਆ ਕਿਹੜੇ ਮਹਾਦੀਪ ਦਾ ਹਿੱਸਾ ਹੈ? ਏਸ਼ੀਆ ਦਾ। ਏਸ਼ੀਆ ਮਹਾਦੀਪ ਨੂੰ ਕਿਹੜੇ ਸਰਕਲ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ? ਯੈਲੋ ਸਰਕਲ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਕਲੀਅਰ ਹੋ ਗਈ ਬੱਚੋ? ਤੇ 올림픽ਸ ਖੇਡਾਂ ਕਿੰਨੇ ਸਾਲ ਬਾਅਦ ਹੁੰਦੀਆਂ ਨੇ? 4 ਸਾਲ ਬਾਅਦ ਹੁੰਦੀਆਂ ਨੇ। ਰੀਸੈਂਟਲੀ ਜਿਹੜੀ 올림픽ਸ ਖੇਡਾਂ ਹੋਈਆਂ ਨੇ ਉਹ ਜਾਪਾਨ ਦੇ ਟੋਕੀਓ ਸ਼ਹਿਰ ਦੇ ਵਿੱਚ ਹੋਈਆਂ ਸੀ। 2021-22 ਦੇ ਵਿੱਚ ਜਿਹੜੀਆਂ 올림픽ਸ ਖੇਡਾਂ ਹੋਈਆਂ ਨੇ ਉਹ ਜਾਪਾਨ ਦੇ ਟੋਕੀਓ ਦੇ ਵਿੱਚ ਹੋਈਆਂ ਨੇ। ਆਈ ਹੋਪ ਇੰਨੀ ਕੁ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਠੀਕ ਹੈ ਬੱਚੋ, ਨੈਕਸਟ ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਹੁਣ ਤੁਹਾਨੂੰ ਕਹਿੰਦਾ ਜਿਵੇਂ ਭਾਰਤ ਦੀ ਇੱਕ ਸਟੇਟ ਹੈ ਉੱਤਰਾਂਚਲ, ਜਿਹਨੂੰ ਤੁਸੀਂ ਉੱਤਰਾਖੰਡ ਵੀ ਕਹਿੰਦੇ ਹੋ। ਇੱਕ ਭਾਰਤ ਦੀ ਸਟੇਟ ਹੈ ਉੱਤਰ ਪ੍ਰਦੇਸ਼, ਜਿਹਨੂੰ ਤੁਸੀਂ ਯੂਪੀ ਵੀ ਕਹਿੰਦੇ ਹੋ। ਇੱਕ ਸਟੇਟ ਹੋਗੀ ਤੁਹਾਡੇ ਕੋਲੇ ਬਿਹਾਰ, ਇੱਕ ਸਟੇਟ ਪੱਛਮ ਬੰਗਾਲ, ਜਿਹਨੂੰ ਤੁਸੀਂ ਵੈਸਟ ਬੰਗਾਲ ਵੀ ਕਹਿੰਦੇ ਹੋ, ਤੇ ਇੱਕ ਸਟੇਟ ਤੁਹਾਡੇ ਕੋਲੇ ਹੋਗੀ ਸਿੱਕਮ। ਕਹਿੰਦਾ ਇਹ 5 ਸਟੇਟਾਂ ਕਿਹੜੀ ਹੋਰ ਕੰਟਰੀ ਨੂੰ ਟੱਚ ਕਰਦੀਆਂ ਨੇ? ਜਿਵੇਂ ਪੰਜਾਬ ਹੈ ਉਹ ਪਾਕਿਸਤਾਨ ਨੂੰ ਟੱਚ ਕਰਦਾ ਹੈ ਪਰ ਚਾਈਨਾ ਨੂੰ ਨਹੀਂ ਕਰਦਾ। ਕੀ ਇਹ 5 ਕੰਟਰੀਆਂ ਦਾ ਬਾਰਡਰ ਕਿਹੜੀ ਕੰਟਰੀ ਨਾਲ, 5 ਸਟੇਟਾਂ ਦਾ ਬਾਰਡਰ ਕਿਹੜੀ ਕੰਟਰੀ ਨਾਲ ਟੱਚ ਹੁੰਦਾ? ਉਰੇ ਦੇਖੋ, ਆਹ ਹੋ ਗਿਆ ਉੱਤਰਾਂਚਲ ਉੱਤਰਾਖੰਡ, ਆਹ ਹੋ ਗਿਆ ਤੁਹਾਡੇ ਕੋਲੇ ਕੀ ਕਹਿੰਦੇ ਇਹਨੂੰ ਯੂਪੀ, ਆਹ ਹੋ ਗਿਆ ਬਿਹਾਰ, ਆਹ ਹੋ ਗਿਆ ਚੌਥੇ ਤੇ ਸਿੱਕਮ, ਆਹ 5ਵੇਂ ਤੇ ਹੋ ਗਿਆ ਵੈਸਟ ਬੰਗਾਲ। ਇਹ 5 ਸਟੇਟਾਂ ਜੇ ਤੁਸੀਂ ਦੇਖੋ ਤਾਂ ਆਹ ਵਾਲਾ ਇੱਕ ਕੰਟਰੀ ਹੈ ਨੇਪਾਲ, ਨੇਪਾਲ ਨੂੰ ਟੱਚ ਕਰਦੀਆਂ ਨੇ। ਇਹ 5 ਕੰਟਰੀਆਂ ਕਿਹਨੂੰ ਟੱਚ ਕਰਦੀਆਂ ਨੇ? ਨੇਪਾਲ ਨੂੰ ਟੱਚ ਕਰਦੀਆਂ ਨੇ। ਕਿਵੇਂ ਯਾਦ ਰੱਖਾਂਗੇ? ਇੱਕ ਬੱਸ ਹੈ, ਬੱਸ ਦੇ ਵਿੱਚ W ਯਾਦ ਰੱਖਿਓ। ਇੱਕ ਬੱਸ ਹੈ ਜਿਹੜੀ ਵੈਸਟ ਬੰਗਾਲ ਤੋਂ ਸ਼ੁਰੂ ਹੋ ਕੇ ਨੇਪਾਲ ਨੂੰ ਜਾਂਦੀ ਹੈ। ਇੱਕ ਬੱਸ ਹੈ ਜਿਹੜੀ ਵੈਸਟ ਬੰਗਾਲ ਤੋਂ ਸ਼ੁਰੂ ਹੋ ਕੇ ਕਿਹਨੂੰ ਜਾਂਦੀ ਹੈ? ਨੇਪਾਲ ਨੂੰ ਜਾਂਦੀ ਹੈ। B ਫॉर ਬਿਹਾਰ, U ਫॉर ਉੱਤਰਾਖੰਡ, ਅਗਲੇ U ਫॉर यूपी, S ਫॉर ਸਿੱਕਮ, W ਫॉर ਵੈਸਟ ਬੰਗਾਲ ਯਾਨੀ ਕਿ ਪੱਛਮੀ ਬੰਗਾਲ। ਇਹ 5 ਰਾਜ ਮਿਲ ਕੇ ਨੇਪਾਲ ਨੂੰ ਟੱਚ ਕਰਦੇ ਨੇ। ਹੁਣ ਜੇ ਪੁੱਛਿਆ ਜਾਵੇ ਚਾਈਨਾ ਨੂੰ ਕਿਹੜੇ ਕਿਹੜੇ ਰਾਜ ਟੱਚ ਕਰਦੇ ਨੇ, ਟ੍ਰਿਕ ਯਾਦ ਰੱਖਾਂਗੇ, ਸੁੱਜਾ ਹੁਆ ਚਾਈਨਾ, ਸੁੱਜਾ ਹੁਆ ਚਾਈਨਾ। ਜਿਵੇਂ ਤੁਹਾਡੇ ਤੋਂ ਕੋਈ ਔਖਾ ਜਿਹਾ ਰਹਿੰਦਾ, ਦੁਖੀ ਰਹਿੰਦਾ, ਆਪਾਂ ਕਹਿੰਦੇ ਨਾ ਵੀ ਯਾਰ ਸੁੱਜਿਆ ਫਿਰਦਾ, ਤਾਂ ਸੁੱਜਾ ਹੁਆ ਚਾਈਨਾ। S ਫॉर ਸਿੱਕਮ, S ਫॉर ਸਿੱਕਮ, U ਫॉर ਉੱਤਰਾਖੰਡ, J ਫॉर ਜੰਮੂ ਐਂਡ ਕਸ਼ਮੀਰ, ਅਗਲਾ A ਫॉर ਅਰੁਣਾਚਲ ਪ੍ਰਦੇਸ਼, ਤੇ ਹੁਆ ਯਾਨੀ ਕਿ H ਫॉर ਹਿਮਾਚਲ ਪ੍ਰਦੇਸ਼। यानी कि सिक्किम, उत्तराखंड, जम्मू एंड कश्मीर, अरुणाचल प्रदेश एंड हिमाचल प्रदेश, ये 5 स्टेटां भारत दियां किहनूं टच करदियां ने? चाइना नूं टच करदियां ने।
ਭੂਟਾਨ ਦੀ ਰਾਜਧਾਨੀ ਕਿਹੜੀ ਹੈ? ਭੂਟਾਨ ਦੀ ਰਾਜਧਾਨੀ ਹੈ ਤੁਹਾਡੇ ਕੋਲੇ ਥਿੰਪੂ। ਚਾਈਨਾ ਦੀ ਰਾਜਧਾਨੀ ਕਿਹੜੀ ਹੈ? ਚਾਈਨਾ ਦੀ ਰਾਜਧਾਨੀ ਹੈ ਤੁਹਾਡੇ ਕੋਲੇ ਪਿਆਰੇ ਬੱਚੋ ਬੀजिंग। ਨੇਪਾਲ ਦੀ ਰਾਜਧਾਨੀ ਤੁਹਾਡੇ ਕੋਲੇ ਕਿਹੜੀ ਹੈ? ਕਾਠਮਾਂਡੂ। ਠੀਕ ਹੈ, ਨੇਪਾਲ ਦੀ ਰਾਜਧਾਨੀ ਕਿਹੜੀ ਹੈ? ਕਾਠਮਾਂਡੂ। ਨੇਪਾਲ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਹੈ ਜਿਹਦੇ ਉੱਤੇ ਲਾਸਟ ਈਅਰ ਕਨਸਟੇਬਲ ਦੇ ਇੱਕ ਸ਼ਿਫਟ 'ਚ ਕੁਐਸਚਨ ਪੁੱਛਿਆ ਗਿਆ ਸੀ। ਉਸ ਸੰਸਥਾ ਦਾ ਹੈੱਡਕੁਆਟਰ ਹੈ, ਉਸ ਸੰਸਥਾ ਦਾ ਨਾਮ ਹੈ ਸਾਰਕ। ਦੁਨੀਆ ਦੀ ਖਾਸ ਕਰ ਏਸ਼ੀਆ ਮਹਾਦੀਪ ਦੇ ਦੇਸ਼ਾਂ ਦੀ ਇੱਕ ਬਹੁਤ ਵੱਡੀ ਸੰਸਥਾ ਹੈ ਸਾਰਕ, SAARC। ਇਸ ਸਾਰਕ ਜਿਹੜੀ ਸੰਸਥਾ ਹੈ ਇੰਟਰਨੈਸ਼ਨਲ, ਇਹਦਾ ਹੈੱਡਕੁਆਟਰ ਨੇਪਾਲ ਦੇ ਕਾਠਮਾਂਡੂ 'ਚ ਹੈ। ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਚ ਹੈ। ਤਾਂ ਕੁਐਸਚਨ ਆਉਂਦਾ ਹੈ ਕਿ ਕਾਠਮਾਂਡੂ 'ਚ ਕਿਹੜੀ ਬਹੁਤ ਵੱਡੀ ਸੰਸਥਾ ਦਾ ਹੈੱਡਕੁਆਟਰ ਹੈ? ਸਾਰਕ ਦਾ। ਸਾਰਕ ਦੇ ਵਿੱਚ ਟੋਟਲ 8 ਦੇਸ਼ ਆਉਂਦੇ ਨੇ, ਯਾਦ ਰੱਖਿਓ। ਇੰਡੀਆ ਇਹਦਾ ਇੱਕ ਮੈਂਬਰ ਹੈ। ਇੰਡੀਆ ਇਹਦਾ ਇੱਕ ਕੀ ਹੈ ਪਿਆਰੇ ਬੱਚੋ? ਮੈਂਬਰ ਹੈ। ਗੱਲ ਯਾਦ ਰੱਖਣੀ ਹੈ। ਕਲੀਅਰ। ਹੁਣ यूपी ਦੀ ਰਾਜਧਾਨੀ ਕਿਹੜੀ ਹੈ? यूपी ਦੀ ਰਾਜਧਾਨੀ ਹੈ ਤੁਹਾਡੇ ਕੋਲੇ ਲਖਨਊ। ਬਿਹਾਰ ਦੀ ਰਾਜਧਾਨੀ ਕਿਹੜੀ ਹੈ? ਪਟਨਾ। ਵੈਸਟ ਬੰਗਾਲ ਦੀ ਰਾਜਧਾਨੀ ਕਿਹੜੀ ਹੈ? ਕੋਲਕਾਤਾ। ਵੈਸਟ ਬੰਗਾਲ ਦੀ ਰਾਜਧਾਨੀ ਕੋਲਕਾਤਾ। उत्तराखंड ਦੀ ਰਾਜਧਾਨੀ ਹੈ ਦੇਹਰਾਦੂਨ। उत्तराखंड ਦੀ ਰਾਜਧਾਨੀ ਹੈ ਦੇਹਰਾਦੂਨ, ਯਾਦ ਰੱਖਿਓ। ਠੀਕ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ? ਸ਼ਿਮਲਾ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ? ਸ਼ਿਮਲਾ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ, ਇੰਪੋਰਟੈਂਟ ਹੈ। ਠੀਕ ਹੈ ਜੀ। ਨੈਕਸਟ ਅਗਲਾ ਕੁਐਸਚਨ। ਅਗਲੇ ਕੁਐਸਚਨ 'ਚ ਪੁੱਛਿਆ ਹੈ ਵਾਟ ਇਜ਼ ਦਾ ਸਦਰਨ ਮੋਸਟ ਪੁਆਇੰਟ ਟੂ ਇੰਡੀਅਨ ਯੂਨੀਅਨ? ਭਾਰਤ ਦਾ ਸਭ ਤੋਂ ਦક્ષਿਣੀ ਬਿੰਦੂ ਕਿਹੜਾ ਹੈ? ਬੜਾ ਹੀ ਇੰਪੋਰਟੈਂਟ ਅਤੇ ਗੁੱਡ ਕੁਐਸਚਨ। ਪਹਿਲੀ ਗੱਲ, ਕਿਸੇ ਵੀ ਦੇਸ਼ ਦੀਆਂ ਜਾਂ ਜਗ੍ਹਾ ਦੀਆਂ 4 ਦਿਸ਼ਾਵਾਂ ਹੁੰਦੀਆਂ ਨੇ। ਉੱਪਰ ਵਾਲੀ ਨੂੰ ਨਾਰਥ ਯਾਨੀ ਕਿ ਉੱਤਰ ਕਹਿੰਦੇ ਆ, ਨੀਚੇ ਵਾਲੀ ਨੂੰ ਸਾਊਥ ਯਾਨੀ ਕਿ ਦੱਖਣ ਕਹਿੰਦੇ ਆ, ਸੱਜੇ ਹੱਥ ਵਾਲੀ ਨੂੰ ਈਸਟ ਯਾਨੀ ਕਿ ਪੂਰਬ ਕਹਿੰਦੇ ਆ, ਖੱਬੇ ਹੱਥ ਵਾਲੀ ਨੂੰ ਵੈਸਟ ਯਾਨੀ ਕਿ ਪੱਛਮ ਕਹਿੰਦੇ ਆ। ਹੁਣ ਹਰ ਇੱਕ ਦੇਸ਼ ਉੱਤਰ 'ਚ ਜਾ ਕੇ ਖਤਮ ਹੁੰਦਾ ਹੈ, ਜਾਂ ਤਾਂ ਦੱਖਣ 'ਚ ਜਾਂ ਪੂਰਬ 'ਚ ਜਾਂ ਪੱਛਮ 'ਚ। ਪੂਰੇ ਦੇਖੋ, ਆ ਇੰਡੀਆ, ਆਹ ਵਾਲਾ ਇੰਡੀਆ ਪੂਰਾ। ਇੰਡੀਆ ਦੀ ਜਿਹੜੀ ਸਭ ਤੋਂ ਉੱਤਰ ਵਾਲੀ ਬਾਉਂਡਰੀ ਹੈ ਉਹ ਆ ਹੈ, ਉਹਦਾ ਨਾਮ ਹੈ ਇੰਦਰਾ ਕੋਲ। ਤਾਂ ਇੰਡੀਆ ਦੀ ਸਭ ਤੋਂ ਉੱਤਰੀ ਬਿੰਦੂ ਦਾ ਨਾਮ ਹੈ ਇੰਦਰਾ ਕੋਲ, ਜੋ ਕਿ ਲਦਾਖ ਦਾ ਹਿੱਸਾ ਹੈ। ਕਿਹਦਾ ਹਿੱਸਾ ਪਿਆਰੇ ਬੱਚੋ? ਲਦਾਖ ਦਾ। ਜੇ ਪੁੱਛਿਆ ਜਾਵੇ ਇੰਡੀਆ ਦੀ ਸਭ ਤੋਂ ਪੂਰਬੀ ਬਾਉਂਡਰੀ ਕਿਹੜੀ ਹੈ? ਆਹ ਵਾਲੀ ਸਭ ਤੋਂ ਪੂਰਬੀ ਬਾਉਂਡਰੀ, ਉਹਦਾ ਨਾਮ ਹੈ ਕਬੀਤੂ। ਸਭ ਤੋਂ ਪੂਰਬੀ ਯਾਨੀ ਕਿ ਈਸਟਰਨ। ਇਹ ਕਿਹੜੀ ਸਟੇਟ 'ਚ ਹੈ? ਅਰੁਣਾਚਲ ਪ੍ਰਦੇਸ਼ 'ਚ। ਉੱਤਰੀ ਬਾਉਂਡਰੀ ਕਿਹੜੀ ਹੈ? ਇੰਦਰਾ ਕੋਲ। ਠੀਕ ਹੈ। ਪੂਰਬੀ ਬਾਉਂਡਰੀ ਕਿਹੜੀ ਹੈ? ਕਬੀਤੂ। ਕਬੀਤੂ ਕਿੱਥੇ ਹੈ? ਅਰੁਣਾਚਲ ਪ੍ਰਦੇਸ਼। ਜੇ ਪੁੱਛੇ ਭਾਰਤ ਦੀ ਸਭ ਤੋਂ ਵੈਸਟਰਨ ਬਾਉਂਡਰੀ ਕਿਹੜੀ ਹੈ, ਤਾਂ ਉਹਦਾ ਨਾਮ ਹੈ ਸਰ ਕ੍ਰੀਕ ਪੁਆਇੰਟ। ਸਰ ਕ੍ਰੀਕ ਪੁਆਇੰਟ। ਤੇ ਸਰ ਕ੍ਰੀਕ ਪੁਆਇੰਟ ਗੁਜਰਾਤ ਰਾਜ 'ਚ ਹੈ। ਸਰ ਕ੍ਰੀਕ ਪੁਆਇੰਟ ਕੀ 'ਚ ਹੈ? ਗੁਜਰਾਤ ਰਾਜ 'ਚ। ਠੀਕ ਹੈ। ਹੁਣ ਉਹਨੇ ਪੁੱਛਿਆ ਦਕਸ਼ਿਣ ਵਾਲੀ। ਦਕਸ਼ਿਣ 'ਚ ਭਾਰਤ ਦੀਆਂ 2 ਬਾਉਂਡਰੀਆਂ ਨੇ। ਇੱਕ ਤਾਂ ਆਹ ਵਾਲਾ ਜਿਹੜਾ ਮੇਨਲੈਂਡ ਇੰਡੀਆ, ਆਹ ਵਾਲਾ, ਠੀਕ ਹੈ, ਉਹਦੀ ਆਹ ਵਾਲੀ ਦਕਸ਼ਿਣ ਬਿੰਦੂ ਹੈ। ਪਰ ਤੁਹਾਨੂੰ ਦੱਸਿਆ ਸੀ ਵੀ ਇੰਡੀਆ ਤੋਂ ਇਲਾਵਾ ਨੀਚੇ ਨੂੰ ਜੋ ਵੀ ਹੈ, ਪੂਰੇ ਜੇ ਵੀ ਇੰਡੀਆ, ਅੰਡੋਮਾਨ ਨਿਕੋਬਾਰ। ਇੱਕ ਤਾਂ ਇੰਡੀਆ ਦੀ ਆਹ ਵਾਲੀ ਦਕਸ਼ਿਣ ਬਾਉਂਡਰੀ ਹੋ ਗਈ, ਇੱਕ ਭਾਰਤ ਦੀ ਆਹ ਵਾਲੀ। ਜੇ ਪੁੱਛੇ ਮੇਨਲੈਂਡ ਇੰਡੀਆ ਦੀ, ਮੁੱਖ ਭਾਰਤ ਦੀ ਸਭ ਤੋਂ ਦੱਖਣ ਬਿੰਦੂ ਕਿਹੜਾ ਹੈ, ਤਾਂ ਅਸੀਂ ਆਨਸਰ ਲਾਵਾਂਗੇ ਕੰਨਿਆ ਕੁਮਾਰੀ। ਮੁੱਖ ਭਾਰਤ ਦਾ ਸਭ ਤੋਂ ਦક્ષਿਣੀ ਬਿੰਦੂ ਕਿਹੜਾ ਹੈ, ਤਾਂ ਮੁੱਖ ਭਾਰਤ ਦਾ ਸਭ ਤੋਂ ਦક્ષਿਣੀ ਬਿੰਦੂ ਕੰਨਿਆ ਕੁਮਾਰੀ ਹੈ, ਜੋ ਕਿ ਤਾਮਿਲਨਾਡੂ ਰਾਜ 'ਚ ਹੈ। ਠੀਕ ਹੈ। ਲੇਕਿਨ ਜੇ ਪੂਰੇ ਭਾਰਤ ਦਾ ਸਭ ਤੋਂ ਦક્ષਿਣੀ ਬਿੰਦੂ ਪੁੱਛਣ ਤਾਂ ਉਹਦਾ ਨਾਮ ਹੈ ਇੰਦਰਾ ਪੁਆਇੰਟ। ਪੂਰੇ ਭਾਰਤ ਦਾ ਸਭ ਤੋਂ ਦક્ષਿਣੀ ਬਿੰਦੂ ਕਿਹੜਾ ਹੈ? ਇੰਦਰਾ ਪੁਆਇੰਟ। ਇੰਦਰਾ ਪੁਆਇੰਟ ਅੰਡੋਮਾਨ ਨਿਕੋਬਾਰ ਦੀਪ ਸਮੂਹ ਦਾ ਹਿੱਸਾ ਹੈ। ਪੂਰੇ ਇੱਕ ਲਾਈਟ ਹਾਊਸ ਬਣਿਆ ਹੋਇਆ ਹੈ ਸਮੁੰਦਰੀ ਜਹਾਜ਼ਾਂ ਨੂੰ ਰਸਤਾ ਦਿਖਾਉਣ ਵਾਸਤੇ। ਇਹ ਗੱਲ ਤੁਸੀਂ ਯਾਦ ਰੱਖਣੀ। ਤਾਂ ਸਭ ਤੋਂ ਉੱਤਰੀ ਬਿੰਦੂ ਹੈ ਇੰਦਰਾ ਕੋਲ ਲਦਾਖ ਦੇ ਵਿੱਚ। ਦਕਸ਼ਣੀ ਬਿੰਦੂ ਹੈ ਸਭ ਤੋਂ ਇੰਦਰਾ ਪੁਆਇੰਟ ਅੰਡੋਮਾਨ ਨਿਕੋਬਾਰ ਦੇ ਵਿੱਚ। ਪੂਰਬੀ ਬਿੰਦੂ ਹੈ ਕਬੀਤੂ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਪੱਛਮੀ ਬਿੰਦੂ ਹੈ ਤੁਹਾਡੇ ਕੋਲ ਸਰ ਕ੍ਰੀਕ ਪੁਆਇੰਟ, ਜਾਂ ਜਿਹਨੂੰ ਗੁਜਰਾਤ ਦੇ ਵਿੱਚ ਅਸੀਂ ਕਹਿੰਦੇ ਹਾਂ। ਤੇ ਜੇ ਪੁੱਛਿਆ ਜਾਵੇ ਭਾਰਤ ਦਾ ਸੈਂਟਰਲ ਪੁਆਇੰਟ ਕਿਹੜਾ ਹੈ, ਉਹਨੂੰ ਬੋਲਦੇ ਨੇ ਮੱਧਿਆ ਪ੍ਰਦੇਸ਼। ਤਾਂ ਹੀ ਉਹਦਾ ਨਾਮ ਮੱਧਿਆ ਪ੍ਰਦੇਸ਼ ਸਟੇਟ ਹੈ। ਯਾਦ ਰੱਖਿਓ ਪਿਆਰੇ ਬੱਚੋ। ਕਲੀਅਰ ਹੈ। ਨੈਕਸਟ ਬੱਚੋ ਅੱਗੇ ਵਧਦੇ ਹਾਂ। ਨੈਕਸਟ ਬੱਚੋ ਅਗਲਾ ਕੁਐਸਚਨ ਕੀ ਹੈ? ਚਲੋ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਕੁਝ ਗੱਲਾਂ ਉਰੇ ਮੈਂ ਤੁਹਾਨੂੰ ਹੋਰ ਦੱਸ ਦਿੰਦਾ। ਆ ਜਿਹੜਾ ਇੰਡੀਆ ਹੈ, ਇੰਡੀਆ ਦੇ 3 ਪਾਸੇ ਪਾਣੀ ਹੈ। ਇੰਡੀਆ ਦੇ 3 ਪਾਸੇ ਪਾਣੀ ਲੱਗਦਾ ਹੈ। ਇੱਧਰ ਵੀ ਪਾਣੀ ਹੈ, ਇੱਧਰ ਵੀ ਪਾਣੀ ਹੈ, ਤੇ ਇੰਡੀਆ ਦੇ ਉਰੇ ਨੀਚੇ ਵੀ ਪਾਣੀ। ਇੰਡੀਆ ਦੇ ਜਿਹੜੇ ਵੈਸਟਰਨ ਸਾਈਡ ਪਾਣੀ ਹੈ, ਪੱਛਮ ਸਾਈਡ ਪਾਣੀ ਹੈ, ਇਸ ਪਾਣੀ ਨੂੰ ਅਰੇਬੀਅਨ ਸੀ ਯਾਨੀ ਕਿ ਅਰਬ ਸਾਗਰ ਕਿਹਾ ਜਾਂਦਾ ਹੈ। ਭਾਰਤ ਦੇ ਪੱਛਮ ਸਾਈਡ ਜਿਹੜਾ ਸਮੁੰਦਰ ਲੱਗਦਾ ਉਹਨੂੰ ਅਰਬ ਸਾਗਰ ਕਹਿੰਦੇ ਨੇ। ਜਿਹੜਾ ਆਹ ਪੂਰਬੀ ਸਾਈਡ ਪਾਣੀ ਲੱਗਦਾ ਹੈ
ਇਹਨੂੰ ਅਸੀਂ ਬੇ ਆਫ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ ਕਹਿੰਦੇ ਆ। ਤੇ ਭਾਰਤ ਦੇ ਸਾਊਥ ਯਾਨੀ ਕਿ ਨੀਚੇ ਵੱਲੀ ਉਰੇ ਆ ਵਾਲਾ ਦੇਖੋ ਉਰੇ ਜਿਹੜਾ ਪਾਣੀ ਲੱਗਦਾ ਨੀਚੇ ਵੱਲੀ ਇਹਦਾ ਨਾਮ ਹੈ ਇੰਡੀਅਨ ਓਸ਼ਨ। ਇੰਡੀਅਨ ਓਸ਼ਨ ਯਾਨੀ ਕਿ ਜਿਹਨੂੰ ਤੁਸੀਂ ਹਿੰਦ ਮਹਾਸਾਗਰ ਵੀ ਕਹਿੰਦੇ ਹੋ। ਕੀ ਕਹਿੰਦੇ ਹੋ? ਹਿੰਦ ਮਹਾਸਾਗਰ। ਠੀਕ ਹੈ, ਇਸ ਤਰੀਕੇ ਨਾਲ ਆ ਇੰਡੀਆ ਦਾ ਨਿਚਲਾ ਹਿੱਸਾ ਹੋ ਗਿਆ। ਇੱਧਰ ਵਾਲਾ ਜਿਹੜਾ ਪਾਣੀ ਹੈ ਇਹ ਬਣ ਗਿਆ ਬੇ ਆਫ ਬੰਗਾਲ, ਬੰਗਾਲ ਦੀ ਖਾੜੀ। ਠੀਕ ਹੈ, ਯਾਨੀ ਕਿ ਪੂਰਬ ਵਾਲੀ ਸਾਈਡ। ਇੱਧਰ ਵੈਸਟ ਹੈ, ਇੱਧਰ ਜਿਹੜਾ ਪਾਣੀ ਬਣ ਗਿਆ ਉਹਨੂੰ ਅਰਬ ਸਾਗਰ ਜਾਂ ਅਰੇਬੀਅਨ ਸੀ ਕਹਿੰਦਾ। ਤੇ ਜਿਹੜਾ ਨੀਚੇ ਵਾਲਾ ਪਾਣੀ ਹੈ ਇਹਨੂੰ ਅਸੀਂ ਕੀ ਕਹਿੰਦੇ ਆ? ਇੰਡੀਅਨ ਓਸ਼ਨ ਯਾਨੀ ਕਿ ਹਿੰਦ ਮਹਾਸਾਗਰ। ਇੱਕ ਕੁਐਸਚਨ ਉਰੇ ਹੋਰ ਨੋਟ ਕਰ ਲਓ, ਕਿਸੇ ਵੀ ਪਾਣੀ ਦੀ ਗੱਲ ਹੋਵੇ, ਤੁਸੀਂ ਨਾਮ ਸੁਣਿਆ ਹੋਊਗਾ ਰੀਵਰ ਨਦੀ, ਤੁਸੀਂ ਨਾਮ ਸੁਣਿਆ ਹੋਊਗਾ ਸੀ ਸਮੁੰਦਰ, ਤੁਸੀਂ ਨਾਮ ਸੁਣਿਆ ਹੋਊਗਾ ਓਸ਼ੀਅਨ ਮਹਾਸਾਗਰ। ਪਾਣੀ ਦਾ ਜਿਹੜਾ ਸਭ ਤੋਂ ਵੱਡਾ ਸੋਰਸ ਹੁੰਦਾ ਹੈ ਉਹ ਓਸ਼ੀਅਨ ਹੈ, ਮਹਾਸਾਗਰ ਹੈ। ਪੂਰੀ ਧਰਤੀ ਤੇ 70% ਸਿਰਫ ਪਾਣੀ ਹੈ। ਪੂਰੀ ਧਰਤੀ ਤੇ ਕਿੰਨੇ ਪਰਸੈਂਟ ਪਾਣੀ ਹੈ? 70% ਪਾਣੀ ਹੈ। ਤੇ ਉਹਨਾਂ ਪਾਣੀ ਦੇ ਵਿੱਚੋਂ ਸਭ ਤੋਂ ਵੱਡਾ ਪਾਣੀ ਦਾ ਸੋਰਸ ਹੈ ਜਿਹੜਾ ਉਹ ਓਸ਼ੀਅਨ ਹਨ, ਮਹਾਸਾਗਰ ਹਨ। ਜੇ ਪੁੱਛਿਆ ਜਾਵੇ ਵਰਲਡ ਦਾ, ਸੰਸਾਰ ਦਾ ਸਭ ਤੋਂ ਵੱਡਾ ਓਸ਼ੀਅਨ ਕਿਹੜਾ ਹੈ? ਪੂਰੀ ਦੁਨੀਆ ਦਾ ਸਭ ਤੋਂ ਵੱਡਾ ਓਸ਼ੀਅਨ ਹੈ ਪੈਸੀਫਿਕ ਓਸ਼ੀਅਨ, ਜਿਹਨੂੰ ਤੁਸੀਂ ਪ੍ਰਸ਼ਾਂਤ ਮਹਾਸਾਗਰ ਦੇ ਨਾਮ ਤੋਂ ਜਾਣਦੇ ਹੋ। ਪ੍ਰਸ਼ਾਂਤ ਮਹਾਸਾਗਰ ਦੇ ਨਾਮ ਤੋਂ ਜਾਣਦੇ ਹੋ। ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਓਸ਼ੀਅਨ ਹੈ। ਨੈਕਸਟ ਬੱਚੋ ਅੱਗੇ ਵਧੋ। ਅਗਲਾ ਕੁਐਸਚਨ ਹੈ, ਵਧੀਆ ਹੈ, ਕਹਿੰਦਾ ਜੀ ਜੇ ਤੁਸੀਂ ਇੰਡੀਆ ਤੋਂ ਯੂਰਪ ਜਾਣਾ ਹੈ, ਸਭ ਤੋਂ ਛੋਟਾ ਰਸਤਾ ਕਿਹੜੀ ਨਹਿਰ ਤੋਂ ਹੋ ਕੇ ਗੁਜ਼ਰੂਗਾ? ਆਹ ਮੰਨ ਕੇ ਦੇਖੋ, ਆ ਸਾਡਾ ਇੰਡੀਆ ਜਿੱਥੇ ਮੈਂ ਪੁਆਇੰਟ 1 ਲਿਖਿਆ, ਉਰੋਂ ਤੁਸੀਂ ਯੂਰਪ ਜਾਣਾ ਹੈ ਤਾਂ ਦੋ ਰਸਤੇ ਨੇ ਇਸ ਮੈਪ ਦੇ ਵਿੱਚ ਦੇਖੋ, ਜਾਂ ਤਾਂ ਆਹ ਵਾਲਾ ਜਿਹੜਾ ਨੀਲਾ ਰਸਤਾ ਹੈ ਐਂ ਵਗ ਜਾਓ, ਜਾਂ ਫਿਰ ਇੰਡੀਆ ਤੋਂ ਨੀਚੇ ਅਫਰੀਕਾ ਨੂੰ ਕ੍ਰੋਸ ਕਰਦੇ ਹੋਏ ਐਟਲਾਂਟਿਕ ਓਸ਼ਨ ਨੂੰ ਕ੍ਰੋਸ ਕਰਦੇ ਹੋਏ ਇੱਧਰ ਜਾਓ। ਹੁਣ ਪਤਾ ਚੱਲ ਰਿਹਾ ਵੀ ਜਿਹੜਾ ਆਹ ਪਹਿਲਾ ਰਸਤਾ ਹੈ ਇਹ ਛੋਟਾ ਹੈ, ਆਹ ਦੂਜਾ ਰਸਤਾ ਵੱਡਾ ਹੈ। ਤਾਂ ਇੰਡੀਆ ਤੋਂ ਯੂਰਪ ਜਾਣ ਦਾ ਜਿਹੜਾ ਸਭ ਤੋਂ ਛੋਟਾ ਰਸਤਾ ਹੈ ਉਹ ਸਿਊਜ ਨਹਿਰ ਤੋਂ, ਸਿਊਜ ਕੈਨਾਲ ਤੋਂ ਹੋ ਕੇ ਗੁਜ਼ਰਦਾ ਹੈ। ਯਾਦ ਰੱਖਿਓ, ਇੰਡੀਆ ਤੇ ਯੂਰਪ ਨੂੰ ਜੋੜਨ ਵਾਲਾ ਸਭ ਤੋਂ ਛੋਟਾ ਰਸਤਾ ਹੈ ਜਿਹੜਾ ਸਿਊਜ ਨਹਿਰ ਤੋਂ ਹੋ ਕੇ ਗੁਜ਼ਰਦਾ ਹੈ। ਠੀਕ ਹੈ, ਇੰਡੀਆ ਕਿਹੜੇ ਮਹਾਦੀਪ 'ਚ ਹੈ? ਏਸ਼ੀਆ। ਤਾਂ ਇਨ ਸ਼ਾਰਟ ਏਸ਼ੀਆ ਮਹਾਦੀਪ ਨੂੰ ਯੂਰਪ ਮਹਾਦੀਪ ਨਾਲ ਜੋੜਨ ਵਾਲਾ ਸਭ ਤੋਂ ਛੋਟਾ ਰਸਤਾ ਸਿਊਜ ਨਹਿਰ ਤੋਂ, ਸਿਊਜ ਕੈਨਾਲ ਤੋਂ ਹੋ ਕੇ ਗੁਜ਼ਰਦਾ ਹੈ। ਵੈਰੀ ਇੰਪੋਰਟੈਂਟ। ਹੁਣ ਇੱਕ ਚੀਜ਼, ਇੱਕ ਵਿਅਕਤੀ ਦਾ ਨਾਮ ਤੁਸੀਂ ਸੁਣਿਆ ਹੋਊਗਾ, ਉਹਦਾ ਨਾਮ ਸੀ ਵਾਸਕੋ ਡੇ ਗਾਮਾ। ਵਾਸਕੋ ਡੇ ਗਾਮਾ ਇੱਕ ਨਾਵਿਕ ਸੀ। ਨਾਵਿਕ ਕਿਹੜਾ ਹੁੰਦਾ? ਜਿਹੜਾ ਨਦੀਆਂ ਤੇ ਸਮੁੰਦਰਾਂ 'ਚ ਰਸਤਾ ਲੱਭਦਾ ਫਿਰਦਾ ਹੈ, ਕਿਸ਼ਤੀ ਤੇ ਨਦੀਆਂ ਸਮੁੰਦਰਾਂ 'ਚ ਰਹੀ ਰਸਤਾ ਲੱਭਦਾ ਫਿਰਦਾ ਹੈ। ਵਾਸਕੋ ਡੇ ਗਾਮਾ ਪੁਰਤਗਾਲੀ ਯਾਨੀ ਕਿ ਪੁਰਤਗਾਲ ਦੇਸ਼ ਦਾ ਰਹਿਣ ਵਾਲਾ ਸੀ। ਕਿਹੜੇ ਦੇਸ਼ ਦਾ ਰਹਿਣ ਵਾਲਾ ਸੀ? ਪੁਰਤਗਾਲ ਦੇਸ਼ ਦਾ ਰਹਿਣ ਵਾਲਾ ਸੀ। ਤੇ ਯੂਰਪ ਤੋਂ ਕਿੱਥੇ ਆਣਾ ਹੈ? ਇੰਡੀਆ। ਯੂਰਪ ਤੋਂ ਇੰਡੀਆ ਆਉਣ ਦਾ ਪਹਿਲਾ ਸਮੁੰਦਰੀ ਰਸਤਾ, ਪਹਿਲਾ ਪਾਣੀ ਵਾਲਾ ਰਸਤਾ ਵਾਸਕੋ ਡੇ ਗਾਮਾ ਨੇ ਲੱਭਿਆ ਸੀ। ਯੂਰਪ ਤੋਂ ਇੰਡੀਆ ਆਉਣ ਦਾ ਸੁਪਰ ਇੰਪੋਰਟੈਂਟ ਕੁਐਸਚਨ ਬਾਈ, ਸੁਪਰ ਇੰਪੋਰਟੈਂਟ ਕੁਐਸਚਨ। ਸਮੁੰਦਰੀ ਰਸਤਾ, ਯੂਰਪ ਤੋਂ ਇੰਡੀਆ ਆਉਣ ਦਾ ਪਹਿਲਾ ਸਮੁੰਦਰੀ ਰਸਤਾ ਵਾਸਕੋ ਡੇ ਗਾਮਾ ਨੇ ਲੱਭਿਆ ਸੀ। ਮਈ 1498 ਦੇ ਵਿੱਚ ਵਾਸਕੋ ਡੀ ਗਾਮਾ ਪਹਿਲੀ ਵਾਰ ਭਾਰਤ ਆਇਆ ਸੀ। ਹੁਣ ਉਹ ਕਿਹੜੇ ਰਸਤੇ ਰਾਹੀਂ ਆਇਆ ਸੀ? ਉਹ ਆ ਲੰਬੇ ਰਸਤੇ ਆਉਰੇ ਯੂਰਪ ਤੋਂ ਚੱਲਿਆ, ਪੁਰਤਗਾਲ ਯੂਰਪ ਮਹਾਦੀਪ ਦਾ ਹਿੱਸਾ ਹੈ, ਆਏ ਅਫਰੀਕਾ ਨੂੰ ਕ੍ਰੋਸ ਕਰਦਾ ਹੋਇਆ ਇੰਡੀਆ ਦੇ ਕੇਰਲਾ 'ਚ ਪਹੁੰਚਿਆ ਸੀ। ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ ਮਈ 1498 ਨੂੰ ਕੇਰਲਾ 'ਚ ਇੱਕ ਜਗ੍ਹਾ ਹੈ ਕੈਲੀਕਟ, ਉੱਥੇ ਆਇਆ ਸੀ। ਤੇ ਕਿਹੜੇ ਦੇਸ਼ ਦਾ ਰਹਿਣ ਵਾਲਾ ਸੀ? ਪੁਰਤਗਾਲ ਦਾ। ਵਾਸਕੋ ਡੇ ਗਾਮਾ ਦੀ ਜਿਹੜੀ ਟੌਂਬ ਹੈ, ਟੌਂਬ ਕਹਿ ਲਓ, ਮੌਜ਼ਲਮ ਕਹਿ ਲਓ, ਮਕਬਰਾ, ਵਾਸਕੋ ਡੇ ਗਾਮਾ ਦਾ ਜਿਹੜਾ ਮਕਬਰਾ ਹੈ ਉਹ ਵੀ ਤੁਹਾਨੂੰ ਗੋਆ 'ਚ ਮਿਲੂਗਾ। ਵਾਸਕੋ ਡੇ ਗਾਮਾ ਦਾ ਮਕਬਰਾ ਕਿੱਥੇ ਹੈ? ਗੋਆ ਸਟੇਟ ਦੇ ਵਿੱਚ ਹੈ। ਇੰਨੀ ਕੁ ਗੱਲ ਯਾਦ ਰੱਖਿਓ ਪਿਆਰੇ ਬੱਚੋ। ਤੇਰਾ ਆਨਸਰ ਆ ਜਾਊਗਾ ਬੀ, ਸਿਊਜ ਕੈਨਾਲ। ਨੈਕਸਟ ਬੱਚੋ, ਅੱਗੇ ਵਧਣ ਤੋਂ ਪਹਿਲਾਂ ਕੁਝ ਹੋਰ ਗੱਲਾਂ। ਬਹੁਤ ਸਾਰੇ ਯੂਰੋਪੀਅਨ ਦੇਸ਼ ਭਾਰਤ ਆਏ, ਭਾਰਤ ਤੇ ਵਪਾਰ ਕਰਨ। ਯੂਰੋਪੀਅਨ ਦੇਸ਼ ਜਿਵੇਂ ਕਿ ਡੱਚ ਆਏ, ਜਿਵੇਂ ਕਿ ਡੈਨਮਾਰਕ ਆਇਆ ਭਾਰਤ ਤੇ ਰਾਜ ਕਰਨ ਵਾਸਤੇ, ਫਰਾਂਸ ਆਏ, ਠੀਕ ਹੈ, ਜਿਵੇਂ ਕਿ ਬ੍ਰਿਟਿਸ਼ਰਸ ਆਏ, ਰਾਜ ਤਾਂ ਸਾਡੇ ਉੱਤੇ ਇਕੱਲਾ ਬ੍ਰਿਟਿਸ਼ਰਸ ਨਹੀਂ ਕੀਤਾ ਹੈ ਨਾ, ਤੇ ਪੁਰਤਗਾਲ ਆਏ। ਸਭ ਤੋਂ ਪਹਿਲਾਂ ਯੂਰਪ ਤੋਂ ਕਿਹੜਾ ਦੇਸ਼ ਆਇਆ ਸੀ ਭਾਰਤ ਤੇ ਰਾਜ ਕਰਨ ਜਾਂ ਭਾਰਤ ਨਾਲ ਵਪਾਰ ਕਰਨ? ਸਭ ਤੋਂ ਪਹਿਲਾਂ ਯੂਰੋਪੀਅਨ ਦੇਸ਼ ਜਿਹੜਾ ਭਾਰਤ ਆਇਆ ਸੀ ਉਹ ਪੁਰਤਗਾਲ ਸੀ। ਪਹਿਲਾ ਯੂਰੋਪੀਅਨ ਦੇਸ਼ ਦੇ ਲੋਕ ਜਿਹੜੇ ਭਾਰਤ ਆਏ ਸੀ ਵਪਾਰ ਕਰਨ ਉਹ ਪੁਰਤਗਾਲ ਸੀ। ਤੇ ਸਭ ਤੋਂ ਆਖਿਰ 'ਚ ਜਿਹੜਾ ਯੂਰੋਪੀਅਨ ਦੇਸ਼ ਭਾਰਤ ਆਇਆ ਸੀ ਭਾਰਤ ਤੇ ਵਪਾਰ ਕਰਨ ਤੇ ਰਾਜ ਕਰਨ
ਉਹਦਾ ਨਾਮ ਸੀ ਫਰਾਂਸ। ਸਭ ਤੋਂ ਪਹਿਲਾ ਯੂਰੋਪੀਅਨ ਦੇਸ਼ ਜਿਹੜੇ ਭਾਰਤ ਆਏ ਉਹ ਕਿਹੜਾ ਸੀ? ਪੋਰਤੁਗੀਜ਼ ਸੀ, ਯਾਦ ਰੱਖਿਓ, ਇੰਪੋਰਟੈਂਟ। ਨੈਕਸਟ ਕੁਐਸਚਨ ਕਹਿੰਦਾ ਉਸ ਟਾਪੂ ਦੇ ਸਮੂਹ ਦਾ ਨਾਮ ਦੱਸੋ ਜੋ ਅਰਬ ਸਾਗਰ 'ਚ ਪਾਇਆ ਜਾਂਦਾ ਹੈ। ਉਸ ਟਾਪੂ ਦੇ ਸਮੂਹ ਦਾ, ਟਾਪੂ ਨੂੰ ਇੰਗਲਿਸ਼ 'ਚ ਆਈਲੈਂਡ ਕਹਿੰਦੇ ਨੇ। ਪਹਿਲਾ ਕੁਐਸਚਨ ਸਰ, ਆਈਲੈਂਡ ਕੀ ਹੁੰਦਾ ਹੈ? ਹੁਣੀ ਮੈਂ ਤੁਹਾਨੂੰ ਦੱਸਿਆ, ਧਿਆਨ ਨਾਲ ਸਮਝਣਾ। ਆ ਇੰਡੀਆ ਦਾ ਨਿਚਲਾ ਹਿੱਸਾ ਹੈ। ਇਧਰਲੀ ਸਾਈਡ ਇੰਡੀਆ ਨੂੰ ਪਾਣੀ ਲੱਗਦਾ ਹੈ ਜਿਹਨੂੰ ਤੁਸੀਂ ਅਰਬ ਸਾਗਰ ਕਹਿੰਦੇ ਹੋ। ਇਧਰਲੀ ਸਾਈਡ ਇੰਡੀਆ ਨੂੰ ਪਾਣੀ ਲੱਗਦਾ ਹੈ ਜਿਹਨੂੰ ਤੁਸੀਂ ਬੇ ਆਫ ਬੰਗਾਲ ਕਹਿੰਦੇ ਹੋ। ਨੀਚੇ ਵਾਲੀ ਸਾਈਡ ਵੀ ਇੰਡੀਆ ਦੇ ਪਾਣੀ ਲੱਗਦਾ ਹੈ ਜਿਹਨੂੰ ਇੰਡੀਅਨ ਓਸ਼ਨ ਕਹਿੰਦੇ ਹੋ। ਉਰੇ ਦੇਖ ਲਓ, ਆ ਹੋ ਗਿਆ ਅਰਬ ਸਾਗਰ, ਆ ਹੋ ਗਿਆ ਬੇ ਆਫ ਬੰਗਾਲ ਤੇ ਤੀਜਾ ਆ ਹੋ ਗਿਆ ਇੰਡੀਅਨ ਓਸ਼ਨ। ਹੁਣ ਭਾਰਤ ਨੂੰ ਤਿੰਨ ਸਾਈਡ ਤੋਂ ਪਾਣੀ ਲੱਗਦਾ ਹੈ। ਇਹ ਜੀ ਕੋਈ ਜ਼ਮੀਨ ਜਿਹਨੂੰ ਤਿੰਨ ਸਾਈਡ ਤੋਂ ਪਾਣੀ ਲੱਗਦਾ ਹੋਵੇ ਉਹਨੂੰ ਜੀਓਗ੍ਰਾਫੀ ਦੀ ਭਾਸ਼ਾ 'ਚ ਪੈਨਿਨਸੂਲਰ ਕਹਿੰਦੇ ਹਾਂ। ਕੀ ਕਹਿੰਦੇ ਆ? ਪੈਨਿਨਸੂਲਰ। ਪੰਜਾਬੀ 'ਚ ਪ੍ਰਾਇਦਵੀਪ, ਪੰਜਾਬੀ 'ਚ ਕੀ ਬੋਲਦੇ ਆ? ਪ੍ਰਾਇਦਵੀਪੀਆ। ਹੁਣ ਭਾਰਤ ਨੂੰ ਤਿੰਨ ਪਾਸਿਓਂ ਪਾਣੀ ਲੱਗਦਾ ਹੈ, ਅਰਬ ਸਾਗਰ, ਇੰਡੀਅਨ ਓਸ਼ਨ, ਬੇ ਆਫ ਬੰਗਾਲ। ਤਾਂ ਇੰਡੀਆ ਇੱਕ ਪੈਨਿਨਸੂਲਰ ਕੰਟਰੀ ਹੈ, ਭਾਰਤ ਇੱਕ ਪ੍ਰਾਇਦਵੀਪੀਆ ਦੇਸ਼ ਹੈ। ਪਹਿਲਾਂ ਤਾਂ ਇਹ ਯਾਦ ਰੱਖਣਾ। ਹੁਣ ਆਈਲੈਂਡ ਜਾਂ ਟਾਪੂ ਕੀ ਹੁੰਦਾ ਹੈ? ਜਿਹਨੂੰ ਚਾਰ ਪਾਸਿਓਂ ਪਾਣੀ ਲੱਗਦਾ ਹੋਵੇ, ਚਾਰੋਂ ਪਾਸਿਓਂ ਪਾਣੀ ਨਾਲ ਘਿਰਿਆ ਹੋਵੇ, ਉਹਨੂੰ ਟਾਪੂ ਕਹਿੰਦੇ ਨੇ। ਭਾਰਤ ਦੇ ਵਿੱਚ ਦੋ ਮੁੱਖ ਟਾਪੂ ਦੀਪ ਸਮੂਹ ਨੇ, ਦੋ ਮੁੱਖ ਦੀਪ ਸਮੂਹ ਨੇ ਜਾਂ ਟਾਪੂ ਸਮੂਹ ਨੇ। ਕਿਹੜੇ ਕਿਹੜੇ ਨੇ? ਇੱਕ ਤਾਂ ਹੈਗਾ ਆਹ ਵਾਲਾ ਅੰਡੋਮਾਨ ਨਿਕੋਬਾਰ ਦੀਪ ਸਮੂਹ। ਇੱਕ ਦੂਸਰਾ ਭਾਰਤ ਦਾ ਮੁੱਖ ਦੀਪ ਸਮੂਹ ਹੈ ਲਕਸ਼ਦਵੀਪ। ਇੱਕ ਅੰਡੋਮਾਨ ਨਿਕੋਬਾਰ ਦੀਪ ਸਮੂਹ ਤੇ ਲਕਸ਼ਦਵੀਪ। ਅੰਡੋਮਾਨ ਨਿਕੋਬਾਰ ਦੀਪ ਸਮੂਹ ਉਰੇ ਜੇ ਪਾਇਆ ਜਾਂਦਾ ਹੈ, ਯਾਨੀ ਕਿ ਕੀ ਚ ਹੋ ਗਿਆ ਅੰਡੋਮਾਨ ਨਿਕੋਬਾਰ ਦੀਪ ਸਮੂਹ? ਬੰਗਾਲ ਦੀ ਖਾੜੀ 'ਚ। ਉਰੇ ਜੇ ਪਾਇਆ ਜਾਂਦਾ ਹੈ ਤੁਹਾਡੇ ਕੋਲੇ ਲਕਸ਼ਦਵੀਪ, ਤੇ ਲਕਸ਼ਦਵੀਪ ਕਿਹੜੇ 'ਚ ਹੋ ਗਿਆ? ਅਰਬ ਸਾਗਰ 'ਚ। ਹੁਣ ਉਹੀ ਉਹ ਕੁਐਸਚਨ ਪੁੱਛ ਰਿਹਾ, ਅਰਬ ਸਾਗਰ 'ਚ ਪਾਏ ਜਾਣ ਵਾਲੇ ਦੀਪ ਸਮੂਹ ਦਾ ਨਾਮ ਕੀ ਹੈ? ਤਾਂ ਅਰਬ ਸਾਗਰ 'ਚ ਪਾਏ ਜਾਣ ਵਾਲੇ ਦੀਪ ਸਮੂਹ ਦਾ ਨਾਮ ਲਕਸ਼ਦਵੀਪ ਹੈ। ਦੋ ਹੀ ਮੇਨ ਟਾਪੂ ਨੇ, ਇੱਕ ਲਕਸ਼ਦਵੀਪ ਤੇ ਇੱਕ ਅੰਡੋਮਾਨ ਨਿਕੋਬਾਰ। ਗੋਆ ਤਾਂ ਟਾਪੂ ਹੀ ਨਹੀਂ ਹੈਗਾ, ਗੋਆ ਤਾਂ ਆਪਸ਼ਨ ਹੋ ਹੀ ਨਹੀਂ ਸਕਦਾ। ਗੋਆ ਕੀ ਹੈ? ਸਟੇਟ ਹੈ। ਇੰਨੀ ਕੁ ਗੱਲ ਤੁਸੀਂ ਯਾਦ ਰੱਖਣੀ ਹੈ, ਤੁਹਾਡੀ ਮਿਹਰਬਾਨੀ ਹੋਵੇ। ਨੈਕਸਟ ਪੁੱਛਿਆ ਜਾਵੇ ਵਰਲਡ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਲੌਂਗੈਸਟ ਰੀਵਰ ਪੂਰੀ ਦੁਨੀਆ ਦੀ, ਤਾਂ ਉਹ ਨੀਲ ਨਦੀ ਹੈ। ਕੋਈ ਇਹਨੂੰ ਨਾਈਲ ਰੀਵਰ ਵੀ ਕਹਿੰਦਾ, ਕੋਈ ਨੀਲ ਨਦੀ ਵੀ ਕਹਿੰਦੀ ਹੈ। ਦੁਨੀਆ ਦੀ ਸਭ ਤੋਂ ਲੰਬੀ ਨਦੀ ਨੀਲ ਹੈ। ਜੇ ਪੁੱਛਿਆ ਜਾਵੇ ਵਰਲਡ ਦੀ ਉਹ ਨਦੀ ਕਿਹੜੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਹੈ, ਤਾਂ ਉਹ ਐਮਾਜ਼ੋਨ ਹੈ। ਪਾਣੀ ਸਭ ਤੋਂ ਜ਼ਿਆਦਾ ਐਮਾਜ਼ੋਨ 'ਚ ਹੈ, ਲੰਬੀ ਸਭ ਤੋਂ ਜ਼ਿਆਦਾ ਨੀਲ ਨਦੀ ਹੈ। ਠੀਕ ਹੈ, ਨੀਲ ਨਦੀ ਅਫਰੀਕਾ ਮਹਾਦੀਪ 'ਚ ਪਾਈ ਜਾਂਦੀ ਹੈ। ਐਮਾਜ਼ੋਨ ਨਦੀ ਸਾਊਥ ਅਮਰੀਕਾ ਯਾਨੀ ਕਿ ਦੱਖਣੀ ਅਮਰੀਕਾ ਮਹਾਦੀਪ 'ਚ ਪਾਈ ਜਾਂਦੀ ਹੈ। ਪੁੱਛਿਆ ਜਾਵੇ ਇੰਡੀਆ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ, ਤਾਂ ਦੋ ਨੇ, ਇੱਕ ਗੰਗਾ ਤੇ ਇੱਕ ਬ੍ਰਹਮਪੁੱਤਰਾ। ਸਰ ਇਹ ਦੋ ਕਿਉਂ ਨੇ? ਜਰਾ ਆਪਾਂ ਅੱਗੇ ਕਰਾਂਗੇ, ਦੱਸੂਗਾ ਵੀ ਕਿਹੜੀ ਕੰਡੀਸ਼ਨ 'ਚ ਗੰਗਾ ਲਾਣਾ ਹੈ ਤੇ ਕਿਹੜੀ ਕੰਡੀਸ਼ਨ 'ਚ ਬ੍ਰਹਮਪੁੱਤਰਾ। ਗੰਗਾ ਦੀ ਲੰਬਾਈ ਲਗਭਗ 2525 ਕਿਲੋਮੀਟਰ ਲੰਬੀ ਹੈ ਤੇ ਗੰਗਾ ਨੂੰ ਭਾਰਤ ਦੀ ਹੋਲੀ ਰੀਵਰ ਯਾਨੀ ਕਿ ਪਵਿੱਤਰ ਨਦੀ ਵੀ ਕਿਹਾ ਜਾਂਦਾ ਹੈ। ਕਲੀਅਰ ਹੋ ਗਈ? ਜਿਹੜੀ ਭਾਰਤ ਦੀ ਰਾਜਧਾਨੀ ਹੈ ਨਿਊ ਦਿੱਲੀ, ਇਹ ਕਿਹੜੀ ਨਦੀ ਦੇ ਕੰਢੇ ਤੇ ਵਸੀ ਹੈ? ਤਾਂ ਇਹ ਯਮੁਨਾ ਨਦੀ ਦੇ ਕੰਢੇ ਤੇ ਵਸੀ ਹੈ, ਯਾਦ ਰੱਖਣਾ। ਕਲੀਅਰ ਹੈ? ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਹੈ ਨੇਮ ਦਾ ਓਸ਼ਨ ਵਿਚ ਲਾਈਜ਼ ਇਨ ਦਾ ਸਾਊਥ ਆਫ ਇੰਡੀਆ। ਉਸ ਮਹਾਸਾਗਰ ਦਾ ਨਾਮ ਦੱਸੋ ਜੋ ਭਾਰਤ ਦੇ ਦੱਖਣ 'ਚ ਹੈ। ਹੁਣੀ ਦੱਸਿਆ ਸੀ ਚਾਰ ਦਿਸ਼ਾਵਾਂ ਹੁੰਦੀਆਂ ਨੇ, ਉੱਪਰ ਨਾਰਥ, ਨੀਚੇ ਸਾਊਥ, ਇੱਧਰ ਈਸਟ, ਇੱਧਰ ਵੈਸਟ। ਸਾਊਥ ਯਾਨੀ ਕਿ ਦੱਖਣ। ਤਾਂ ਭਾਰਤ ਦੇ ਨੀਚੇ ਕਿਹੜਾ ਹੈ? ਭਾਰਤ ਦੇ ਨੀਚੇ ਉਰੇ ਹੁਣੀ ਦੱਸ ਕੇ ਆਇਆ, ਭਾਰਤ ਦੇ ਨੀਚੇ ਕਿਹੜਾ ਹੈ? ਇੰਡੀਅਨ ਓਸ਼ਨ, ਹਿੰਦ ਮਹਾਸਾਗਰ। ਤਾਂ ਭਾਰਤ ਦੇ ਦક્ષਿਣ 'ਚ ਪਾਏ ਜਾਣ ਵਾਲੇ ਓਸ਼ਨ ਦਾ ਨਾਮ ਹੈ ਇੰਡੀਅਨ ਓਸ਼ਨ। ਦੁਨੀਆ 'ਚ ਚਾਰ ਸਭ ਤੋਂ ਵੱਡੇ ਓਸ਼ਨ ਨੇ। ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ਮਹਾਸਾਗਰ ਹੈ ਪੈਸੀਫਿਕ ਓਸ਼ਨ, ਪ੍ਰਸ਼ਾਂਤ ਮਹਾਸਾਗਰ। ਕਿਹੜਾ? ਪ੍ਰਸ਼ਾਂਤ ਮਹਾਸਾਗਰ। ਤੇ ਪ੍ਰਸ਼ਾਂਤ ਮਹਾਸਾਗਰ ਪੂਰੀ ਦੁਨੀਆ ਦਾ 33% ਹਿੱਸਾ ਕਵਰ ਕਰਦਾ ਹੈ। ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਓਸ਼ਨ ਹੈ ਐਟਲਾਂਟਿਕ ਓਸ਼ਨ। ਕਿਹੜਾ ਓਸ਼ਨ? ਐਟਲਾਂਟਿਕ ਓਸ਼ਨ। ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਓਸ਼ਨ ਹੈ ਇੰਡੀਅਨ ਓਸ਼ਨ, ਜਿਹੜਾ ਭਾਰਤ ਦੇ ਦક્ષਿਣ 'ਚ ਹੈ, ਹਿੰਦ ਮਹਾਸਾਗਰ। ਇੰਡੀਅਨ ਓਸ਼ਨ, ਹਿੰਦ ਮਹਾਸਾਗਰ। ਇੰਡੀਅਨ ਓਸ਼ਨ ਤੋਂ ਬੱਚੋ ਇੱਕ ਹੋਰ ਗੱਲ ਮੇਰੇ ਦਿਮਾਗ 'ਚ ਆ ਗਈ, ਉਰੇ ਧਿਆਨ ਨਾਲ ਦੇਖੋ। ਆਹ ਚੀਜ਼ ਦੇਖੋ, ਆਹ ਨੀਚੇ ਇੰਡੀਆ ਦੇ ਇੰਡੀਅਨ ਓਸ਼ਨ 'ਚ ਇੱਕ ਗਵਾਰੇ ਵਰਗਾ ਕੰਟਰੀ ਹੈ ਜਿਹਨੂੰ ਅਸੀਂ ਸ਼੍ਰੀਲੰਕਾ ਬੋਲਦੇ ਹਾਂ। ਇੰਡੀਆ ਦੇ ਨੀਚੇ ਇੰਡੀਅਨ ਓਸ਼ਨ 'ਚ ਇੱਕ ਕੰਟਰੀ ਹੈ ਸ਼੍ਰੀਲੰਕਾ। ਇੰਡੀਆ ਤੇ ਸ਼੍ਰੀਲੰਕਾ ਨੂੰ ਜੋੜਨ ਵਾਲਾ ਇੱਕ ਪੁਲ ਹੈ ਜਿਹੜਾ ਪੁਰਾਣਿਕ ਕਥਾਵਾਂ ਦੇ ਅਨੁਸਾਰ ਮੰਨਿਆ ਜਾਂਦਾ ਭਗਵਾਨ ਰਾਮ ਨੇ ਬਣਾਇਆ ਸੀ। ਇਸ ਪੁਲ ਦਾ ਨਾਮ ਹੈ ਰਾਮ ਸੇਤੂ।
ਕੀ ਨਾਮ ਹੈ ਇੰਡੀਆ ਤੇ ਸ਼੍ਰੀਲੰਕਾ ਨੂੰ ਜੋੜਨ ਵਾਲੇ? ਰਾਮ ਸੇਤੂ। ਜਾਂ ਇਹਦਾ ਦੂਸਰਾ ਨਾਮ ਹੈ, ਇਹਨੂੰ ਪਾਕ ਸਟ੍ਰੇਟ ਵੀ ਕਿਹਾ ਜਾਂਦਾ ਹੈ, ਪਾਕ ਸਟ੍ਰੇਟ ਵੀ ਕਿਹਾ ਜਾਂਦਾ ਹੈ। ਤੀਸਰਾ ਨਾਮ ਹੈ ਐਡਮਸ ਬ੍ਰਿਜ ਜਾਂ ਐਡਮਸ ਬ੍ਰਿਜ ਵੀ ਕਿਹਾ ਜਾਂਦਾ ਹੈ। ਜ਼ਿਆਦਾਤਰ ਕਿਤਾਬਾਂ 'ਚ ਪੇਪਰਾਂ 'ਚ ਪਾਕ ਸਟ੍ਰੇਟ ਹੀ ਆਪਸ਼ਨ ਹੁੰਦਾ ਹੈ। ਇੰਡੀਆ ਤੇ ਸ਼੍ਰੀਲੰਕਾ ਨੂੰ ਜੋੜਨ ਵਾਲੇ ਬ੍ਰਿਜ ਦਾ ਕੀ ਨਾਮ ਹੈ? ਤਾਂ ਉਹਦਾ ਨਾਮ ਹੈ ਪਾਕ ਸਟ੍ਰੇਟ। ਕਲੀਅਰ। ਨੈਕਸਟ ਅਗਲਾ ਕੁਐਸਚਨ ਕਹਿੰਦਾ ਜੀ ਸ਼੍ਰੀਲੰਕਾ ਤੋਂ ਇਲਾਵਾ ਭਾਰਤ ਦੇ ਦੱਖਣੀ ਗਵਾਂਢੀ ਦੇਸ਼ ਦਾ ਨਾਮ ਕੀ ਹੈ? ਕਹਿੰਦਾ ਭਾਰਤ ਦੇ ਦਕਸ਼ਿਣ ਦੇ ਵਿੱਚ ਇੱਕ ਤਾਂ ਸਾਡਾ ਗਵਾਂਢੀ ਸ਼੍ਰੀਲੰਕਾ ਹੈ, ਆਹ ਵਾਲਾ, ਠੀਕ ਹੈ, ਮੈਂ ਬਣਾਤਾ। ਯਾ ਦੇਖੋ ਆਹ ਪੀਲੇ ਜਿਹੇ ਰੰਗ 'ਚ ਦਿਖਾਇਆ ਸ਼੍ਰੀਲੰਕਾ। ਕੀ ਇਸ ਤੋਂ ਇਲਾਵਾ ਦਕਸ਼ਿਣ 'ਚ ਕੋਈ ਹੋਰ ਦੇਸ਼ ਵੀ ਹੈ ਜੋ ਸਾਡਾ ਗਵਾਂਢੀ ਹੈ? ਆਹ ਵਾਲੇ ਜਿਹੜੇ ਡੋਟਸ ਨੇ ਇਹ ਅੰਡੋਮਾਨ ਨਿਕੋਬਾਰ ਹੈ। ਆਹ ਜਿਹੜੇ ਦੋ ਧੱਬੇ ਦਿਖ ਰਹੇ ਨੇ ਇਹ ਲਕਸ਼ਦਵੀਪ ਹੈ। ਇੱਕ ਕੰਟਰੀ ਛੋਟਾ ਜਿਹਾ ਤੁਹਾਨੂੰ ਆਹ ਦਿਖਾਈ ਦੇ ਰਿਹਾ ਹੈ, ਇਸ ਕੰਟਰੀ ਦਾ ਨਾਮ ਹੈ ਮਾਲਦੀਵ। ਤਾਂ ਦਕਸ਼ਿਣ ਦੇ ਵਿੱਚ ਭਾਰਤ ਦੇ ਦੋ ਪੜੋਸੀ ਦੇਸ਼ ਹਨ, ਇੱਕ ਸ਼੍ਰੀਲੰਕਾ ਤੇ ਉਸ ਤੋਂ ਇਲਾਵਾ ਦੂਸਰਾ ਮਾਲਦੀਵਸ। ਮਾਲਦੀਵਸ ਇੱਕ ਅਲੱਗ ਕੰਟਰੀ ਹੈ ਜੋ ਕਿ ਭਾਰਤ ਦੇ ਦਕਸ਼ਿਣ ਦੇ ਵਿੱਚ ਹੈ, ਅਰਬ ਸਾਗਰ ਵਾਲੀ ਸਾਈਡ ਤੇ ਪਾਇਆ ਜਾਂਦਾ ਹੈ। ਇਹੀ ਉਹ ਕੁਐਸਚਨ ਪੁੱਛ ਰਿਹਾ ਹੈ, ਸ਼੍ਰੀਲੰਕਾ ਤੋਂ ਇਲਾਵਾ ਕਿਹੜਾ ਹੈ? ਮਾਲਦੀਵਸ ਹੈ। ਆਈ ਹੋਪ ਇੰਨੀ ਕੁ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ। ਕਲੀਅਰ ਹੈ ਬੱਚੋ। ਨੈਕਸਟ ਬੱਚੋ ਹੋਰ ਤੁਸੀਂ ਐਕਸਟਰਾ ਇਹਦੇ ਵਿੱਚ ਕੀ ਯਾਦ ਰੱਖ ਸਕਦੇ ਹੋ? ਇਹਦੇ ਵਿੱਚ ਐਕਸਟਰਾ ਤੁਸੀਂ ਜੇ ਕੁਝ ਯਾਦ ਰੱਖਣਾ ਚਾਹੁੰਦੇ ਹੋ ਤਾਂ ਇਹ ਯਾਦ ਰੱਖੋ ਕਿ ਮਾਲਦੀਵਸ ਹੈ ਜਿਹੜਾ, ਜਾਂ ਫਿਰ ਅੰਡੋਮਾਨ ਨਿਕੋਬਾਰ ਦੀਪ ਸਮੂਹ ਹੈ ਜਿਹੜਾ, ਜਾਂ ਫਿਰ ਜਿਹੜਾ ਲਕਸ਼ਦਵੀਪ ਹੈ, ਇਹ ਕਿਚ ਪਾਏ ਜਾਂਦੇ ਨੇ? ਜਿਵੇਂ ਅੰਡੋਮਾਨ ਨਿਕੋਬਾਰ ਤਾਂ ਉਰੇ ਬੰਗਾਲ ਦੀ ਖਾੜੀ 'ਚ ਹੋ ਗਿਆ, ਬਹੁਤ ਪੁੱਛਦੇ ਨੇ। ਲਕਸ਼ਦਵੀਪ ਅਰਬ ਸਾਗਰ 'ਚ ਹੋ ਗਿਆ ਤੇ ਮਾਲਦੀਵ ਵੀ ਕੀ 'ਚ ਹੋ ਗਿਆ? ਅਰਬ ਸਾਗਰ 'ਚ। ਇਹ ਯਾਦ ਰੱਖਣ ਵਾਲੀ ਗੱਲ ਹੈ। ਕਲੀਅਰ। ਨੈਕਸਟ ਅਗਲਾ ਕੁਐਸਚਨ, ਵਿਚ ਵਾਟਰ ਬੋਡੀ ਲਾਈਜ਼ ਟੂ ਦਾ ਈਸਟ ਆਫ ਇੰਡੀਆ? ਇਹ ਜਿਹਾ ਕਿਹੜਾ ਜਲ ਸਮੂਹ ਹੈ, ਜਲ ਸੋਰਸ ਹੈ ਜਿਹੜਾ ਭਾਰਤ ਦੇ ਪੂਰਬ ਵੱਲੀ ਹੈ? ਪੂਰਬ ਵੱਲੀ ਕਿਵੇਂ ਹੋਊ? ਦੇਖ ਲਓ, ਨਾਰਥ, ਸਾਊਥ, ਈਸਟ, ਵੈਸਟ। ਈਸਟ ਮਤਲਬ ਪੂਰਬ, ਯਾਨੀ ਕਿ ਭਾਰਤ ਦੇ ਸੱਜੇ ਕਿਹੜਾ ਪਾਣੀ ਹੈ? ਤਾਂ ਭਾਰਤ ਦੇ ਸੱਜੇ ਕਿਹੜਾ ਪਾਣੀ ਹੈ? ਬੇ ਆਫ ਬੰਗਾਲ। ਤਾਂ ਬੰਗਾਲ ਦੀ ਖਾੜੀ ਭਾਰਤ ਦੇ ਸੱਜੇ ਪਾਈ ਜਾਂਦੀ ਹੈ, ਇਹੀ ਉਹ ਪੁੱਛ ਰਿਹਾ ਹੈ। ਭਾਰਤ ਦੇ ਈਸਟ ਵੱਲੀ ਪਾਏ ਜਾਣ ਵਾਲੇ ਜਲ ਸੋਰਸ ਦਾ ਕੀ ਨਾਮ ਹੈ? ਬੇ ਆਫ ਬੰਗਾਲ ਹੈ। ਇਸੀ ਬੇ ਆਫ ਬੰਗਾਲ ਦੇ ਵਿੱਚ ਉਰੇ ਬੰਗਲਾਦੇਸ਼ ਟੱਚ ਹੁੰਦਾ ਹੈ, ਉਰੇ ਮਿਆਂਮਾਰ ਟੱਚ ਹੁੰਦਾ ਹੈ। ਯਾਨੀ ਕਿ ਬੰਗਾਲ ਦੀ ਖਾੜੀ ਦੇ ਵਿੱਚ ਭਾਰਤ ਦੇ ਦੋ ਪੜੋਸੀ ਦੇਸ਼ ਕਿਹੜੇ ਨੇ? ਬੰਗਲਾਦੇਸ਼ ਤੇ ਮਿਆਂਮਾਰ ਹਨ। ਯਾਦ ਰੱਖਿਓ, ਇੰਪੋਰਟੈਂਟ ਕੁਐਸਚਨ ਹੈ ਪਿਆਰੇ ਬੱਚਿਓ। ਕਲੀਅਰ ਹੈ ਜੀ। ਨੈਕਸਟ ਅਗਲਾ ਕੁਐਸਚਨ ਹੈ, ਵਿਚ ਸਟੇਟ ਇਜ਼ ਦਾ ਲਾਰਜੈਸਟ ਅਕੋਰਡਿੰਗ ਟੂ ਏਰੀਆ? ਭਾਰਤ ਦਾ ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਡਾ ਸਟੇਟ ਕਿਹੜਾ ਹੈ? ਟੋਟਲ ਭਾਰਤ ਕੋਲੇ 28 ਸਟੇਟਾਂ ਨੇ, ਯਾਦ ਰੱਖਣਾ। 8 ਭਾਰਤ ਕੋਲੇ ਟੋਟਲ ਯੂਟੀਜ਼ ਨੇ ਜਿਨ੍ਹਾਂ ਨੂੰ ਤੁਸੀਂ ਕੇਂਦਰੀ ਸ਼ਾਸਿਤ ਪ੍ਰਦੇਸ਼ ਬੋਲਦੇ ਹੋ, ਕੇਂਦਰੀ ਸ਼ਾਸਿਤ ਪ੍ਰਦੇਸ਼ ਬੋਲਦੇ ਹੋ। ਹੁਣ ਇਹਨਾਂ 28 ਸਟੇਟਾਂ ਚੋਂ ਸਭ ਤੋਂ ਵੱਡੀ ਸਟੇਟ ਏਰੀਆ ਵਾਈਜ਼ ਕਿਹੜੀ ਹੈ? ਉਹਦਾ ਨਾਮ ਹੈ ਰਾਜਸਥਾਨ। ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਸਟੇਟ ਰਾਜਸਥਾਨ ਹੈ। ਪੋਪੂਲੇਸ਼ਨ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਸਟੇਟ ਯੂਪੀ ਹੈ। ਏਰੀਆ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਸਟੇਟ ਕਿਹੜਾ ਹੈ? ਤਾਂ ਏਰੀਆ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਸਟੇਟ ਗੋਆ ਹੈ। ਜਨਸੰਖਿਆ ਦੇ ਹਿਸਾਬ ਨਾਲ, ਪੋਪੂਲੇਸ਼ਨ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਸਟੇਟ ਕਿਹੜਾ ਹੈ? ਸਿੱਕਮ। 4 ਕੁਐਸਚਨ ਦੱਸਤੇ ਮੈਂ 1 ਮਿੰਟ ਚ, ਪੋਜ਼ ਕਰਕੇ ਲਿਖੋ। ਏਰੀਆ ਦੇ ਹਿਸਾਬ ਨਾਲ ਸਭ ਤੋਂ ਵੱਡਾ ਰਾਜਸਥਾਨ, ਜਨਸੰਖਿਆ ਦੇ ਹਿਸਾਬ ਨਾਲ ਸਭ ਤੋਂ ਵੱਡਾ ਯੂਪੀ, ਏਰੀਆ ਦੇ ਹਿਸਾਬ ਨਾਲ ਸਭ ਤੋਂ ਛੋਟਾ ਗੋਆ, ਜਨਸੰਖਿਆ ਦੇ ਹਿਸਾਬ ਨਾਲ ਸਭ ਤੋਂ ਛੋਟਾ ਸਿੱਕਮ। ਕਲੀਅਰ ਹੋਈ ਗੱਲ। ਹੁਣ ਆ ਜੋ ਯੂਟੀ, ਕੇਂਦਰੀ ਸ਼ਾਸਿਤ ਪ੍ਰਦੇਸ਼ 8 ਨੇ। ਸਭ ਤੋਂ ਵੱਡੀ ਕੇਂਦਰੀ ਸ਼ਾਸਿਤ ਪ੍ਰਦੇਸ਼ ਕਿਹੜਾ ਹੈ? ਏਰੀਆ ਦੇ ਹਿਸਾਬ ਨਾਲ ਲੱਦਾਖ। ਸਭ ਤੋਂ ਵੱਡਾ ਕੇਂਦਰੀ ਸ਼ਾਸਿਤ ਪ੍ਰਦੇਸ਼। ਕੇਂਦਰੀ ਸ਼ਾਸਿਤ ਪ੍ਰਦੇਸ਼ ਕੀ ਹੁੰਦੇ ਨੇ? ਯੂਨੀਅਨ ਟੈਰੀਟਰੀ, ਜਿੱਥੇ ਕੇਂਦਰ ਦਾ ਡਾਇਰੈਕਟ ਦਖਲ ਹੁੰਦਾ ਹੈ। ਜਿਵੇਂ ਚੰਡੀਗੜ੍ਹ ਇੱਕ ਯੂਟੀ ਹੈ, ਅੰਡੋਮਾਨ ਨਿਕੋਬਾਰ ਯੂਟੀ ਹੈ, ਲਕਸ਼ਦੀਪ ਯੂਟੀ ਹੈ, ਪੌਂਡੂਚੇਰੀ ਯੂਟੀ ਹੈ, ਲਦਾਖ ਯੂਟੀ ਹੈ, ਜੰਮੂ ਐਂਡ ਕਸ਼ਮੀਰ ਯੂਟੀ ਹੈ। ਪਹਿਲਾਂ ਕਿਸੇ ਟਾਈਮ ਜੰਮੂ ਐਂਡ ਕਸ਼ਮੀਰ ਸਟੇਟ ਹੁੰਦਾ ਸੀ, ਫਿਲਹਾਲ ਦੀ ਘੜੀ ਜੰਮੂ ਐਂਡ ਕਸ਼ਮੀਰ ਯੂਟੀ ਹੈ ਜਦ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ। ਤਾਂ ਏਰੀਆ ਵਾਈਜ਼ ਸਭ ਤੋਂ ਵੱਡੀ ਯੂਟੀ ਲਦਾਖ ਹੈ। ਜਨਸੰਖਿਆ ਵਾਈਜ਼ ਸਭ ਤੋਂ ਵੱਡੀ ਯੂਨੀਅਨ ਟੈਰੀਟਰੀ ਜਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਕਿਹੜਾ ਹੈ? ਦਿੱਲੀ ਹੈ ਪਿਆਰੇ ਬੱਚੋ। ਕਿਹੜਾ ਹੈ? ਦਿੱਲੀ ਹੈ। ਆਈ ਹੋਪ ਇੰਨੀ ਗੱਲਾਂ ਤੁਸੀਂ ਯਾਦ ਰੱਖੋਗੇ। ਨੈਕਸਟ ਬੱਚੋ ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਨ ਦਾ ਸਮੋਲੈਸਟ ਸਟੇਟ ਇਨ ਇੰਡੀਆ? ਭਾਰਤ ਦਾ ਸਭ ਤੋਂ ਛੋਟਾ ਸਟੇਟ ਕਿਹੜਾ ਹੈ? ਜੇ ਪੁੱਛਣਗੇ ਏਰੀਆ ਵਾਈਜ਼ ਸਭ ਤੋਂ ਛੋਟਾ ਸਟੇਟ ਕਿਹੜਾ ਹੈ, ਪਿੱਛੇ ਦੱਸ ਕੇ ਆਏ ਗੋਆ। ਜੇ ਪੁੱਛਣਗੇ ਜਨਸੰਖਿਆ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਸਟੇਟ ਕਿਹੜਾ ਹੈ, ਤਾਂ ਅਸੀਂ ਲਿਖਾਂਗੇ ਸਿੱਕਮ। ਕੀ ਲਿਖਾਂਗੇ? ਸਿੱਕਮ। ਠੀਕ ਹੈ। ਗੋਆ ਦੀ ਰਾਜਧਾਨੀ ਕਿਹੜੀ ਹੈ? ਪਣਜੀ।
केरला की राजधानी किहड़ी है? थिरुवंतमपुरम, थिरुवंतमपुरम। त्रिपुरा की राजधानी किहड़ी है? अगरतला, अगरतला। सिक्किम की राजधानी किहड़ी है? ये तुसीं मैनूं कमेंट बॉक्स दसोगे। कमेंट बॉक्स च तुसीं दो गल्लां लिखनियां, तुसीं किहड़े डिस्ट्रिक्ट च बैठ के मेरी वीडियो देख रहे हो। मैं देखना चाहना कि साडे पंजाब पुलिस के एस्पिरेंट कित्थे कित्थे ने। ते दूसरा सिक्किम की राजधानी का नाम की है, ये तुसीं मैनूं दसना है। ठीक है प्यारे बच्चों। नैक्सट हुण कहंदा भारत का जिहड़ा टोटल खेत्रफल है वो पूरी दुनिया के, पूरी धरती के खेत्रफल का कितना है। हुणी मैं तुहानूं पिछे दस्सिया सी भारत का टोटल खेत्रफल 32,87,263 वर्ग किलोमीटर है। भारत का खेत्रफल लगभग, तो यह खेत्रफल पूरी दुनिया के खेत्रफल का 2.4% है। यानी कि पूरी दुनिया च जिन्नी धरती है, जिन्नी जमीन है, उसका 2.5% लगभग भारत के विच है। 32,87,263 वर्ग किलोमीटर के करीब। तेरा आंसर लगभग आप 2.5% लगा देंगे। क्लीयर बच्चों? आई होप बच्चों थोनों वीडियो पसंद आई होगी। मैं रात भर यह वीडियो रिकॉर्ड करने वास्ते जाके वीडियो पसंद आवे लाइक करो, चैनल को सबसक्राइब करो, आपकी फीडबैक जरूर दिओ कि मेरे तुसीं सिरा लाता सर, उसकी थोड़ी आ कमी है, दसो कमी की आप दूर करांगे। जे वधिया लगे तो खुल के प्रशंसा करो। थैंक यू सो मच।